10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਸਨਮਾਨਯੋਗ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਬਾਣੀ ਵਿੱਚ ਅੱਜ ਦੀ 21 ਨੰਬਰ ਅਸ਼ਟਪਦੀ ਦੇ 2 ਅੰਕ ਸਰਵਨ ਕੀਤੇ ਹਨ। ਜਿਵੇਂ ਕਿ ਇਹ ਅਸ਼ਟਪਦੀ ਬਹੁਤ ਉੱਚੀ ਦਸ਼ਾ ਵਿੱਚ ਵਿਚਰਨ ਵਾਲੇ ਗੁਰਮੁਖਾਂ ਦਾ ਜੀਵਨ ਇਹਦੇ ਵਿੱਚ ਬਿਆਨ ਕੀਤਾ ਗਿਆ ਹੈ। ਧਾਰਮਿਕ ਜਗਤ ਦੀਆਂ ਵੀ 2 ਜਮਾਤਾਂ ਹਨ, ਇੱਕ ਆਮ ਤੇ ਇੱਕ ਖਾਸ। ਇੱਕ ਆਮ ਆਵਾਮ ਹੈ, ਕੁਝ ਚੁਣੇ ਹੋਏ ਲੋਕ ਨੇ ਜਿਹੜੇ ਪਹੁੰਚ ਗਏ, ਜਿਹੜੇ ਅੱਗੇ ਲੰਘ ਗਏ। ਜਪਜੀ ਸਾਹਿਬ ਵਿੱਚ 2 ਸ਼ਬਦ ਆਉਂਦੇ ਨੇ, ਇੱਕ ਪੰਥ ਤੇ ਇੱਕ ਧਰਮ। ਪੰਥ ਤੋਂ ਧਰਮ ਤੱਕ ਜਿਹੜੇ ਪਹੁੰਚ ਗਏ, ਇਹ ਧਰਮ ਵਿੱਚ ਪਹੁੰਚੇ ਹੋਏ ਲੋਕਾਂ ਦੀ ਦਸ਼ਾ ਹੈ। ਇਸ ਅਸ਼ਟਪਦੀ ਵਿੱਚ 21 ਨੰਬਰ ਪੂਰੀ ਅਸ਼ਟਪਦੀ ਬ੍ਰਹਮ ਗਿਆਨ ਦੇ ਇੱਕ ਇੱਕ ਗੁਣ ਨੂੰ ਬਿਆਨ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਪੰਥ ਵਿੱਚ ਪਹਿਲਾਂ ਜਾਈਏ, ਪੰਥ ਤੋਂ ਬਿਨਾਂ ਤੁਰਾਂਗੇ ਕਿਵੇਂ। ਪਰ ਪੰਥ ਵਿੱਚ ਤੁਰਦੇ ਤੁਰਦੇ ਜਦੋਂ ਘਰ ਆ ਗਿਆ, ਉਦੋਂ ਪੰਥ ਛੱਡਿਆ ਤੇ ਘਰ ਵਿੱਚ ਪ੍ਰਵੇਸ਼ ਕਰ ਗਏ। ਪੰਥ ਦਾ ਅਰਥ ਹੈ ਰਸਤਾ। ਪਹਿਲਾਂ ਸਿੱਖ ਪੰਥਕ ਹੁੰਦਾ, ਫਿਰ ਧਰਮੀ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ। ਉਹਦਾ ਸੰਬੰਧ ਧਰਮ ਨਾਲ ਹੋ ਜਾਂਦਾ ਹੈ। ਇਸ ਚੀਜ਼ ਵਿੱਚ ਖਤਰਾ ਬੜਾ ਹੈ, ਤਾਂ ਕਰਕੇ ਗੁਰੂ ਸਾਹਿਬ ਨੇ ਇਹਨੂੰ ਖੋਲ੍ਹਿਆ ਨਹੀਂ ਬਹੁਤਾ। ਖਤਰਾ ਇਹ ਹੈ, ਬੰਦਾ ਸੋਚਦਾ ਮੈਂ ਧਰਮੀ ਪਹਿਲਾਂ ਹੀ ਹੋ ਗਿਆ, ਪੰਥਕ ਹੋਇਆ ਹੀ ਨਹੀਂ, ਰਾਹ ਵਿੱਚ ਤੁਰਿਆ ਹੀ ਨਹੀਂ, ਬ੍ਰਹਮ ਗਿਆਨ ਦੀ ਗੱਲ ਪਹਿਲਾਂ ਹੀ ਕਰਨ ਲੱਗ ਪਿਆ। ਪਰ ਇਹਦੀ ਵਿਆਖਿਆ ਵੀ ਜ਼ਰੂਰੀ ਬੜੀ ਹੈ, ਕਿਉਂਕਿ ਜਦੋਂ ਬੰਦਾ ਪੰਥ ਵਿੱਚ ਤੁਰਦਾ, ਕਈ ਵਾਰੀ ਬੰਦਾ ਰਾਹ ਵਿੱਚ ਹੀ ਬਹਿ ਕੇ ਘਰ ਬਣਾ ਲੈਂਦਾ। ਉਹ ਕਹਿੰਦਾ ਪੰਥਕ ਹੋ ਗਿਆ, ਗੱਲ ਖਤਮ ਹੋ ਗਈ। ਹਰ ਇੱਕ ਦਾ ਪੰਥ ਹੈ, ਆਪੋ ਆਪਣਾ। ਪੰਥ ਵਿੱਚ ਬੰਦੇ ਬੈਠ ਜਾਂਦੇ ਨੇ, ਰਾਹ ਵਿੱਚ ਬੈਠ ਜਾਂਦੇ ਨੇ। ਜਾਣਾ ਸੀ ਅੰਮ੍ਰਿਤਸਰ, ਰੁਕ ਗਏ ਰਸਤੇ ਵਿੱਚ, ਕਿਹਾ ਇੱਥੇ ਹੀ ਅੰਮ੍ਰਿਤਸਰ। ਇਸੇ ਤਰ੍ਹਾਂ ਸਿੱਖ ਦੀ ਯਾਤਰਾ ਸੀ ਅਕਾਲ ਪੁਰਖ ਤੱਕ, ਹਿੰਦੂ ਦੀ ਯਾਤਰਾ ਸੀ ਰੱਬ ਤੱਕ, ਮੁਸਲਮਾਨ ਦੀ ਯਾਤਰਾ ਸੀ ਖੁਦਾ ਤੱਕ। ਉਹ ਮਜ਼ਹਬ ਵਿੱਚ ਬੈਠ ਗਏ, ਕੋਈ ਆਪਣੇ ਰਾਹ ਵਿੱਚ ਬੈਠ ਗਿਆ, ਕੋਈ ਆਪਣੇ ਰਾਹ ਵਿੱਚ ਬੈਠ ਗਿਆ। ਰਸਤਿਆਂ ਵਿੱਚ ਬੈਠਿਆਂ ਹੋਇਆਂ ਨੂੰ ਸੁਚੇਤ ਕੀਤਾ ਹੈ ਕਿ ਮਨੁੱਖ ਪੰਥ ਨੂੰ ਧਰਮ ਬਣਾ ਲੈਂਦਾ ਹੈ। ਚਿੰਨ੍ਹ ਦਿੱਤੇ ਸਨ, ਸੋਚ ਲਿਆ ਮੈਂ ਇਸ ਰੰਗ ਦੇ ਕੱਪੜੇ ਪਾਏ ਨੇ, ਬਸ ਮੈਂ ਧਰਮੀ ਹੋ ਗਿਆ। ਮੈਂ ਆਹ ਚੀਜ਼ਾਂ ਪਹਿਨ ਲਈਆਂ ਨੇ। ਗੁਰੂ ਸਾਹਿਬ ਨੂੰ ਤਾਂ ਹੀ ਕਹਿਣਾ ਪਿਆ ਸੀ ਜਨੇਊ ਪਾਇਆ ਕਾਹਦੇ ਵਾਸਤੇ, ਕਿਉਂ ਪਾਇਆ ਇਹ ਜਨੇਊ, ਕਾਹਦੇ ਵਾਸਤੇ ਪਾਇਆ ਸੀ, ਨਮਾਜ਼ ਕਾਹਦੇ ਵਾਸਤੇ ਪੜ੍ਹਦੇ ਹੋ, ਕਿਹਨੂੰ ਖੁਸ਼ ਕਰਨਾ ਸੀ। ਜੇ ਉਹਨਾਂ ਨੂੰ ਕਹਿ ਸਕਦੇ ਨੇ, ਸਾਨੂੰ ਵੀ ਪੁੱਛ ਸਕਦੇ ਨੇ ਪਾਠ ਕਾਹਦੇ ਵਾਸਤੇ ਕਰਦੇ ਹੋ, ਕੀ ਹੈ ਪ੍ਰਯੋਜਨ, ਤੇ ਪੁੱਛਦੇ ਨੇ। ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੋ, ਉਹ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਉਹ ਹੈ ਜਿਹੜਾ ਗੁਰੂ ਦੀ ਗੱਲ ਤੇ ਤੁਰੇ, ਉਹ ਮੇਰਾ ਮਿੱਤਰ ਵੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਸਖਾ ਦੇ ਅਰਥ ਨੇ ਮਿੱਤਰ। ਇੱਕ ਐਸਾ ਗੁਰੂ ਹੈ ਜਿਹੜਾ ਸਿੱਖ ਨੂੰ ਆਪਣੇ ਸਿੱਖ ਨਹੀਂ ਰੱਖਣਾ ਚਾਹੁੰਦਾ ਵੀ ਨੀਵੇਂ ਥਾਂ ਤੇ ਬੈਠ। ਕਹਿੰਦੇ ਤੂੰ ਤੁਰੇਗਾ ਤੇ ਮਿੱਤਰ ਬਣਾ ਲਵਾਂਗਾ, ਰਿਸ਼ਤੇਦਾਰ ਵੀ ਬਣਾ ਲਵਾਂਗਾ। ਸੋ ਸਿੱਖ ਸਖਾ, ਉਹ ਸਖਾ ਬਣ ਜਾਏਗਾ, ਮਿੱਤਰ। ਬੰਧਪ, ਬੰਧਪ ਦਾ ਅਰਥ ਤੇ ਰਿਸ਼ਤੇਦਾਰ। ਗੁਰੂ ਸਿੱਖ ਨੂੰ ਰਿਸ਼ਤੇਦਾਰ ਬਣਾਉਣਾ ਚਾਹੁੰਦਾ। ਬੰਧਪ ਹੈ ਭਾਈ, ਭਾਈ ਦਾ ਅਰਥ ਹੈ ਭਰਾ। ਕਹਿੰਦੇ ਆ ਤੈਨੂੰ ਮੈਂ ਆਪਣਾ ਭਰਾ ਬਣਾ ਲੈਣਾ।
ਕਿੰਨਾ ਨੇੜੇ ਕਰਨਾ ਚਾਹੁੰਦੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਪਰ ਕੌਣ ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਅੱਗੇ ਅੱਖ ਚੁੱਕ ਕੇ ਵੇਖੇ ਨਾ, ਉਹ ਆ ਗਿਆ ਭਾਣੇ ਵਿੱਚ। ਜਿਹੜਾ ਉਹਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਮਿਲਾ ਦੇ, ਉਹਦੀ ਮਰਜ਼ੀ ਰਵੇ ਹੀ ਨਾ, ਕਿਉਂਕਿ ਮਰਜ਼ੀ ਦੇ ਅਰਥ ਨੇ ਬਿਮਾਰੀ। ਮਰਜ਼ੀ ਸ਼ਬਦ ਮਰਜ਼ ਤੋਂ ਬਣਿਆ, ਮਰਜ਼ ਸ਼ਬਦ ਮਰੀਜ਼ ਤੋਂ ਬਣਿਆ। ਜਿਹਦੇ ਵਿੱਚ ਮਰੀਜ਼ਤਾ ਹੋਵੇ, ਜਿਹਦੇ ਵਿੱਚ ਰੋਗ ਹੋਵੇ, ਉਹਨੂੰ ਕਹਿੰਦੇ ਨੇ ਇਹਨੂੰ ਮਰਜ਼ ਹੈ, ਕੋਈ ਇਹਨੂੰ ਕੋਈ ਬਿਮਾਰੀ ਹੈ। ਸਤਿਗੁਰੂ ਕਹਿੰਦੇ ਤੇਰੀ ਸਭ ਤੋਂ ਵੱਡੀ ਬਿਮਾਰੀ ਤੇਰੀ ਮਰਜ਼ੀ ਹੈ। ਪਹਿਲਾਂ ਆਪਣੀ ਮਰਜ਼ੀ ਛੱਡ ਦੇ। ਤੂੰ ਮਨ ਮਰਜ਼ੀ ਨਹੀਂ ਕਰ ਸਕਦਾ। ਅੱਜ ਤੋਂ ਲੈ ਕੇ ਤੂੰ ਮੇਰਾ ਗੁਲਾਮ ਹੈ। ਮੈਂ ਤੈਨੂੰ ਜਿੱਥੇ ਕਵਾਂਗਾ ਉੱਥੇ ਬਹਿਣਾ ਪਏਗਾ, ਜਿੱਥੇ ਕਵਾਂਗਾ ਉੱਥੇ ਉੱਠਣਾ ਪਏਗਾ, ਜੋ ਕਵਾਂਗਾ ਤੈਨੂੰ ਕਰਨਾ ਪਏਗਾ। ਉਹਦੇ ਤੋਂ ਬਾਅਦ ਮੈਂ ਤੈਨੂੰ ਭਰਾ ਵੀ ਬਣਾਵਾਂਗਾ, ਤੈਨੂੰ ਮਿੱਤਰ ਵੀ, ਤੈਨੂੰ ਰਿਸ਼ਤੇਦਾਰ ਵੀ। ਪਰ ਜੇ ਆਪਣੇ ਭਾਣੇ ਕੋਈ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਤਾਂ ਮੰਨੈ ਮਗ ਨਾ ਚੱਲੇ ਪੰਥ। ਭਾਵੇਂ ਕਿ ਸਿੱਖ ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ, ਪੰਥ ਨੂੰ ਛੱਡਦਾ ਨਹੀਂ, ਕਿਉਂਕਿ ਉਹਨੂੰ ਹੁਕਮ ਹੈ ਕਿ ਤੂੰ ਪੰਥ ਦਾ ਵਾਧਾ ਕਰਨਾ, ਤੂੰ ਪੰਥ ਦੇ ਵਿੱਚ ਹੀ ਰਹਿਣਾ, ਤੂੰ ਗੁਰੂ ਦੇ ਦਿੱਤੇ ਹੋਏ ਕਕਾਰ ਸੰਭਾਲ ਕੇ ਰੱਖਣੇ ਨੇ। ਭਾਵੇਂ ਤੂੰ ਨਾਮ ਨਾਲ ਜੁੜ ਗਿਓ, ਤੂੰ ਗੁਰੂ ਦੀ ਦਿੱਤੀ ਹੋਈ ਮਰਿਆਦਾ ਨੂੰ ਵੀ ਆਪਣੇ ਕੋਲ ਰੱਖਣਾ, ਉਹਨੂੰ ਛੱਡਣਾ ਨਹੀਂ। ਪਰ ਉਹ ਕੇਵਲ ਨਾਮ ਮਾਤਰ ਰਹਿ ਜਾਏਗੀ, ਕੇਵਲ ਸੰਸਾਰ ਦੇ ਵਿੱਚ ਇੱਕ ਮਾਰਗ ਦੱਸਣ ਵਾਸਤੇ ਹੀ ਰੱਖਦਾ ਹੈ। ਅਸਲ ਵਿੱਚ ਉਹਦਾ ਸੰਬੰਧ ਬਣਦਾ ਧਰਮ ਨਾਲ, ਤੇ ਧਰਮ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅੱਜ ਦੀ ਜੋ ਅਸ਼ਟਪਦੀ ਹੈ, ਇਹ ਸਾਰੀ ਧਰਮੀ ਲੋਕਾਂ ਦੀ, ਪੰਥਕ ਨਹੀਂ। ਇਹਦੇ ਵਿੱਚ ਤੇ ਪੰਥ ਨੂੰ ਤੋੜਿਆ ਗਿਆ। ਮੈਂ ਅੱਗੇ ਜਾ ਕੇ ਵਿਆਖਿਆ ਵੀ ਸਾਂਝੀ ਕਰ ਦਿਆਂ। ਸੱਚ ਜਾਣੋ, ਇੱਥੇ ਪੂਰੀ ਤਰ੍ਹਾਂ ਉਸ ਚੀਜ਼ ਨੂੰ ਭੰਨ ਦਿੱਤਾ ਗਿਆ ਹੈ ਜਿੱਥੇ ਧਾਰਮਿਕ ਜਗਤ ਤੁਰਦਾ ਹੈ, ਜਿੱਥੇ ਕੁਝ ਲੀਹਾਂ ਬਣਾਈਆਂ ਗਈਆਂ ਨੇ। ਅੱਗੇ ਜਾ ਕੇ ਕਹਿਣਗੇ ਪਾਪ ਪੁੰਨ ਤੈ ਭਈ ਕਹਾਵਤ। ਹੁਣ ਮਰਿਆਦਾ ਵਿੱਚ ਤੇ ਪਾਪ ਪੁੰਨ ਚੱਲਦਾ ਵੀ ਤੁਸੀਂ ਆਹ ਖਾਓ ਤੇ ਪੁੰਨ, ਆਹ ਖਾਓ ਤੇ ਪਾਪ, ਤੁਸੀਂ ਆਹ ਦੇਖੋ ਤੇ ਪਾਪ, ਆਹ ਦੇਖੋ ਤੇ ਪੁੰਨ। ਚੱਲਦਾ ਨਾ ਵਿੱਚ ਕਿਹਾ ਜਾਂਦਾ ਅਸੀਂ ਪੁੰਨ ਕਰਨੇ ਆ, ਦਾਨ ਕਰੋ ਤੇ ਪੁੰਨ, ਜੇ ਦੂਜੇ ਤੋਂ ਖਾ ਲਓ ਤੇ ਪਾਪ ਹੋ ਗਿਆ। ਧਰਮੀ ਬੰਦੇ ਬੜੇ ਡਰਦੇ ਨੇ। ਕਿਸੇ ਦੇ ਕੋਲੋਂ ਖਾਧਾ ਕਹਿੰਦੇ ਪਾਪ ਹੋ ਗਿਆ, ਕਿਸੇ ਨੂੰ ਖਵਾਇਆ ਕਹਿੰਦੇ ਪੁੰਨ ਹੋ ਗਿਆ। ਉਸ ਦੁਨੀਆ ਵਿੱਚ ਉਹ ਠੀਕ ਹੈ, ਉੱਥੇ ਪਾਪ ਤੇ ਪੁੰਨ ਹੁੰਦਾ ਹੈ। ਪਰ ਜਿੱਥੇ ਜਾ ਕੇ ਸਾਧ ਸੰਗਤ ਜੀ ਮਨੁੱਖ ਦੀ ਜੀਵਨ, ਜਿਵੇਂ ਸਵੇਰੇ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਜਿੱਥੇ ਵਿੱਚ ਮਿਲ ਗਿਆ ਮਨੁੱਖ ਜਾ ਕੇ, ਉੱਥੇ ਕਿਸੇ ਤੋਂ ਖਾਏ ਕੋਈ ਪਾਪ ਨਹੀਂ, ਤੇ ਕਿਸੇ ਨੂੰ ਖਵਾਏ ਤੇ ਕੋਈ ਪੁੰਨ ਵੀ ਨਹੀਂ ਹੈ। ਉਹਨੇ ਸਾਰਾ ਕੁਝ ਸੌਂਪ ਦਿੱਤਾ ਹੈ, ਨਾ ਉੱਥੇ ਪਾਪ ਨਾ ਉੱਥੇ ਪੁੰਨ। ਕਿਉਂਕਿ ਪੁੰਨ ਵੀ ਇੱਕ ਰੱਸੀ ਹੈ ਜੋ ਬੰਦੇ ਦੇ ਪੈਰਾਂ ਨੂੰ ਫੜ ਲੈਂਦੀ, ਤੁਰਨ ਨਹੀਂ ਦਿੰਦੀ। ਪਾਪ ਵੀ ਇੱਕ ਰੱਸੀ ਹੈ। ਜਿਵੇਂ ਸਵੇਰੇ ਆਪਾਂ ਵਿਚਾਰਿਆ ਸੀ, ਨਿਰਭੈ, ਕਿਸੇ ਦੇ ਡਰ ਥੱਲੇ ਰਹਿਣਾ ਵੀ ਪਾਪ ਹੈ, ਪਰ ਨਿਰਭੈ ਹੋ ਜਾਣਾ ਵੀ ਇੱਕ ਥਾਂ ਤੇ ਪਾਪ ਹੋ ਜਾਂਦਾ। ਉਹ ਭੈ ਤੋਂ ਵੀ ਰਹਿਤ ਰਹਿੰਦਾ। ਤਾਂ ਇਹ ਮੈਂ ਸਿਰਫ ਆਪ ਜੀ ਦੇ ਨਾਲ ਸਾਂਝੀ ਕਰਨ ਵਾਸਤੇ ਪਹਿਲਾਂ ਕਹਿ ਰਿਹਾ। ਇਹਦੇ ਵਿੱਚ ਜਿੰਨੇ ਵੀ ਸ਼ਬਦ ਆਉਣਗੇ ਸਾਰੇ ਹੀ ਪੰਥਕ ਮਰਿਆਦਾਵਾਂ ਨੂੰ ਥੋੜ੍ਹਾ ਜਿਹਾ ਨੀਵਾਂ ਕਰ ਦੇਣਗੇ, ਔਰ ਉਸ ਦੁਨੀਆ ਦਾ ਜ਼ਿਕਰ ਕਰਨਗੇ ਜਿੱਥੇ ਉੱਚੀ ਥਾਂ ਤੇ ਜਾ ਕੇ ਕੋਈ ਪਾਪ ਪੁੰਨ ਉਹਨੂੰ ਨਹੀਂ ਪਾਉਂਦਾ। ਉੱਚੀ ਦਸ਼ਾ ਵਿੱਚ ਮਨੁੱਖ ਚਲਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ, ਅਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ। ਇੱਥੇ ਹੁਣ ਨਾ ਕੋਈ ਮਿੱਤਰ ਲੱਗਦਾ ਉਹਨਾਂ ਨੂੰ, ਨਾ ਕੋਈ ਪੁੱਤਰ, ਨਾ ਕੋਈ ਦੁਸ਼ਮਣ, ਨਾ ਕੋਈ ਮਿੱਤਰ, ਨਾ ਕੋਈ ਪਰਿਵਾਰ। ਠੀਕ ਹੈ, ਉਹਨਾਂ ਦੇ ਨਾਲ ਵਿਚਰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਇੱਕ ਗੱਲ ਸਮਝ ਆ ਜਾਂਦੀ ਕਿ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫੁਣ ਹੋਵੇ। ਕਿੰਨੀਆਂ ਮਾਵਾਂ ਹੋਈਆਂ ਨੇ ਪਹਿਲਾਂ, ਜੇ ਜਨਮ ਕਿੰਨੇ ਨੇ ਤੇ ਮਾਵਾਂ ਕਿੰਨੀਆਂ ਸਨ।
ਜੇ ਜਨਮ ਕਿੰਨੇ ਤੇ ਪਿਤਾ ਕਿੰਨੇ ਹੋਏ ਤੇ ਪੁੱਤਰ ਕਿੰਨੇ ਹੋਏ, ਕਿਹਨੂੰ ਮਾਂ ਕਹੀਏ। ਇਹ ਉਹ ਦਸ਼ਾ ਜਿਹਦੇ ਵਿੱਚ ਪਰਿਵਾਰ ਨਹੀਂ ਰਹਿੰਦਾ। ਉੱਥੇ ਜਾ ਕੇ ਸਮਝ ਖੁੱਲ ਜਾਂਦੀ ਹੈ, ਜਿਹਦੇ ਵਿੱਚ ਹਜ਼ੂਰ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਉਹ ਆਪਣੇ ਪਰਿਵਾਰ ਵੱਲ ਵੇਖ ਕੇ ਸੋਚਦਾ ਵੀ ਪਤਾ ਨਹੀਂ ਇਹ ਕੌਣ ਨੇ, ਕਿੱਥੋਂ ਆਏ ਨੇ। ਵੈਸੇ ਪਤਾ ਹੈ ਉਸ ਨੂੰ ਸੰਬੰਧ ਹਨ, ਪਰ ਮੋਹ ਦੀ ਤੰਦ ਖਤਮ ਹੋ ਗਈ। ਸਾਰਾ ਜਗਤ ਹੀ ਉਹਦਾ ਪਰਿਵਾਰ ਬਣ ਗਿਆ, ਵਿਸ਼ਾਲਤਾ ਉਹਦੇ ਵਿੱਚ ਆ ਗਈ, ਪਰਿਵਾਰ ਤੋਂ ਬਾਹਰ ਚਲਾ ਗਿਆ। ਵਿਰਾਗ ਦੀ ਅਤ ਕਠਿਨ ਦਸ਼ਾ, ਜਿਹਦੇ ਵਿੱਚ ਪਰਿਵਾਰ ਨਹੀਂ ਰਹਿੰਦਾ। ਜਿੱਥੇ ਕਹਿੰਦੇ ਅਕਾਲ ਪੁਰਖ ਦੀ ਸੋਭਾ ਵਿੱਚ ਕੋਈ ਗੁਰਮੁਖ ਜੁੜ ਜਾਂਦਾ ਹੈ, ਜੈ ਆਪਣੀ ਸੋਭਾ ਆਪਣ ਸੰਗ ਬਣਾਈ। ਉਸ ਦਸ਼ਾ ਦੇ ਅੰਦਰ ਤਬ ਕਵਣ ਮਾਏ, ਕਿੱਥੇ ਗਈ ਮਾਂ। ਕੌਣ ਹੈ ਮਾਂ ਜਿਸ ਨੇ ਜਨਮ ਦਿੱਤਾ। ਬਾਪ ਕੌਣ ਹੈ, ਪਿਤਾ ਕੌਣ ਹੈ, ਮਿੱਤਰ ਕੌਣ ਹੈ, ਪੁੱਤਰ ਤੇ ਕੌਣ ਹੈ ਭਰਾ। ਭਾਵ ਇਹ ਸਾਰੇ ਰਿਸ਼ਤੇ ਗੌਣ ਹੋ ਗਏ, ਇਹਨਾਂ ਦੇ ਅੰਦਰਲੇ ਨਾਤੇ ਖੀਨ ਹੋ ਗਏ, ਕਮਜ਼ੋਰ ਪੈ ਗਏ। ਹਜ਼ੂਰ ਕਹਿੰਦੇ ਜਹ ਸਰਬ ਕਲਾ ਆਪਹਿ ਪਰਬੀਨ, ਤਹ ਬੇਦ ਕਤੇਬ ਕਹਾਂ ਕੋ ਚੀਨ। ਜਿਸ ਥਾਂ ਤੇ ਉਹ ਪਰਬੀਨ ਦਾ ਅਰਥ ਹੈ ਸਿਆਣਾ ਵਾਹਿਗੁਰੂ ਜਿਸ ਭਗਤ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਨਾ, ਉਹ ਵੇਦ ਪੜ੍ਹਨ ਕਿੱਥੇ ਜਾਏਗਾ, ਕਿਉਂਕਿ ਵੇਦਾਂ ਦਾ ਸੁਆਮੀ ਉਹਦੇ ਕੋਲ ਬੈਠਾ ਹੋਇਆ। ਵੇਦ ਤੇ ਉਹ ਪੜ੍ਹਨ ਜਾਏ ਜਿਨਨੇ ਸਾਰੇ ਵੇਦ ਆਪਣੇ ਵਿੱਚੋਂ ਕੱਢੇ ਨੇ, ਉਹ ਤੇ ਕੋਲ ਆ ਕੇ ਬੈਠ ਗਿਆ। ਉਹ ਕਹਿੰਦਾ ਦੱਸ ਕੀ ਚਾਹੀਦਾ ਤੈਨੂੰ, ਕੀ ਸਮਝਣਾ ਤੂੰ, ਤੈਨੂੰ ਸਮਝਾ ਦੇਣਾ। ਕਹਿੰਦੇ ਨੇ ਤਹ ਬੇਦ ਕਤੇਬ ਕਹਾਂ ਕੋ ਚੀਨ। ਕੀ ਕਰੇਗਾ। ਜਿਹੜੇ ਪ੍ਰਭੂ ਦੇ ਪਿਆਰੇ ਹੋਏ ਨੇ, ਭਾਵੇਂ ਕਿ ਉਹ ਪੜ੍ਹਦੇ ਨੇ, ਕੋਈ ਸ਼ੱਕ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੁਦ ਫਾਰਸੀ ਪੜ੍ਹਦੇ ਰਹੇ, ਉਸਤਾਦ ਉਹਨਾਂ ਨੇ ਧਾਰਿਆ, ਪਰ ਸਿਰਫ ਥੋੜ੍ਹੇ ਘੰਟਿਆਂ ਵਿੱਚ ਉਹਨਾਂ ਨੇ ਇੱਕਦਮ ਸਾਰਾ ਇਲਮ ਜਿਹੜਾ ਆਪਣੇ ਨਜ਼ਰ ਵਿੱਚ ਲੈ ਲਿਆ। ਪੜ੍ਹਨ ਦੀ ਲੋੜ ਨਹੀਂ ਪਈ ਉਹਨਾਂ ਨੂੰ, ਕਿਉਂਕਿ ਇਹ ਦੋ ਚੀਜ਼ਾਂ ਨੇ। ਇੱਕ ਪਾਸਾ ਹੈ ਸਾਧ ਸੰਗਤ, ਅਸੀਂ ਇੱਕ ਪਾਸਿਓਂ ਪੜ੍ਹਨਾ ਸ਼ੁਰੂ ਕਰਨੇ। ਦੋ ਚੀਜ਼ਾਂ ਨੇ, ਵਿਦਿਆ ਤੇ ਪਰਮਾਤਮਾ ਦਾ ਨਾਮ। ਸਤਿਗੁਰੂ ਨੇ ਸਾਨੂੰ ਦੋਵੇਂ ਦਿੱਤੀਆਂ ਨੇ। ਕਹਿੰਦੇ ਵਿਦਿਆ ਵੀ ਪੜ੍ਹ, ਕਿਉਂਕਿ ਜਦੋਂ ਤੂੰ ਸੰਸਾਰ ਨਾਲ ਗੱਲ ਕਰਨੀ ਉਦੋਂ ਤੇਰੇ ਕੋਲ ਅੱਖਰ ਚਾਹੀਦੇ ਨੇ, ਉਹਨਾਂ ਦੀ ਭਾਸ਼ਾ ਚਾਹੀਦੀ ਸੰਸਾਰੀਆਂ ਦੀ। ਦੂਜੇ ਪਾਸੇ ਤੇਰੇ ਕੋਲ ਨਾਮ ਚਾਹੀਦਾ, ਕਿਉਂਕਿ ਉਸ ਨਾਮ ਦੇ ਵਿੱਚੋਂ ਹੀ ਸਾਰੇ ਵੇਦ ਪੈਦਾ ਹੋਏ ਨੇ। ਉਸ ਪਰਮਾਤਮਾ ਦੀ ਸਾਂਝ ਦੇ ਵਿੱਚੋਂ ਸਾਰੇ ਗਿਆਨ ਪੈਦਾ ਹੋਏ ਨੇ। ਇੰਨੇ ਗਿਆਨ, ਇੰਨੀ ਵਿਦਿਆ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਤਾਂ ਜਿਨ੍ਹਾਂ ਲੋਕਾਂ ਦੇ ਵਿੱਚੋਂ ਇੰਨਾ ਗਿਆਨ ਪ੍ਰਗਟ ਹੋਇਆ ਨਾ, ਜਿਹੜੇ ਭਗਤ ਜਨ ਹਨ, ਜਿਨ੍ਹਾਂ ਦੇ ਵਿੱਚੋਂ ਸ਼ੁੱਧਤਮ ਖਾਲਸ ਗਿਆਨ ਪੈਦਾ ਹੋਇਆ, ਉਹਨਾਂ ਨੇ ਪਹਿਲਾਂ ਪੜ੍ਹਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਮੰਨ ਲਿਆ, ਪਹਿਲਾਂ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਗਿਆਨ ਆਪਣੇ ਆਪ ਪੈਦਾ ਹੋਣ ਲੱਗ ਪਿਆ। ਇਹ ਦੋ ਤਰ੍ਹਾਂ ਦਾ ਗਿਆਨ ਹੈ। ਜਿਵੇਂ ਕਿ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਹੈ, ਹੁਣ ਪੜ੍ਹਨ ਦੇ ਵਿਰੋਧ ਵਿੱਚ ਨਹੀਂ, ਕਬੀਰ ਸਾਹਿਬ ਖੁਦ ਵੀ ਪੜ੍ਹੇ ਨੇ, ਵਿਦਿਆ ਉਹਨਾਂ ਨੇ ਵੀ ਲਈ, ਪਰ ਲੋੜ ਮਾਤਰ ਲਈ। ਇੱਕ ਥਾਂ ਤੇ ਉਹਨਾਂ ਨੇ ਪੜ੍ਹਨ ਦੇ ਸੰਬੰਧ ਵਿੱਚ ਬਚਨ ਕੀਤੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਕਹਿੰਦੇ ਪੜ੍ਹ ਕੇ ਕੀ ਕਰੇਗਾ, ਸੁਣ ਕੇ ਕੀ ਕਰੇਗਾ, ਖਬਰਾਂ ਹੀ ਇਕੱਠੀਆਂ ਕਰਨੀਆਂ ਨੇ। ਖੋਪਰੀ ਪਹਿਲਾਂ ਹੀ ਭਰੀ ਪਈ ਸੀ, ਕਈ ਕੁਝ ਨਾਲ ਉੱਤੋਂ ਹੋਰ ਭਰ ਲਈ। ਭਾਈ ਸਾਹਿਬ ਭਾਈ ਵੀਰ ਸਿੰਘ ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ ਇੱਕ ਗੱਲ ਕਹੀ ਬਹੁਤ ਸੁੰਦਰ, ਭਾਵੇਂ ਕਿ ਉਹ ਖੁਦ ਇਲਮ ਰੱਖਦੇ ਸਨ, ਵਿਦਿਆ ਦਾ ਗਿਆਨ ਰੱਖਦੇ ਸਨ, ਪਰ ਕਹਿੰਦੇ ਮੈਂ ਸਾਰੀ ਉਮਰ ਨਾ ਆਪਣੀ ਖੋਪਰੀ ਦੇ ਵਿੱਚ ਗਿਆਨ ਭਰਦਾ ਰਿਹਾ ਤੇ ਗੁਰੂ ਕੋਲ ਗਿਆ, ਉਸਤਾਦ ਕੋਲ ਗਿਆ ਤੇ ਉਹਨੇ ਕਿਹਾ ਵੀ ਵੀਰ ਸਿੰਘਾ ਪਹਿਲਾਂ ਸਿਰ ਨੀਵਾਂ ਕਰ ਤੇ ਆ ਜਿਹੜਾ ਖੋਪਰੀ ਵਿੱਚ ਕੂੜਾ ਕਰਕਟ ਭੜਿਆ ਇਹਨੂੰ ਡੋਲ ਦੇ, ਸਾਰੇ ਨੂੰ ਖਾਲੀ ਕਰ, ਤੇਰੇ ਸਿਰ ਵਿੱਚ ਮੈਂ ਰੱਬ ਦਾ ਨਾਮ ਪਾਵਾਂ। ਇਹ ਵਿਘਨ ਬਣ ਗਿਆ ਤੇਰੇ ਵਾਸਤੇ, ਇਹਨੂੰ ਕੱਢ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਿ ਕਿਆ ਪੜ੍ਹੀਐ ਕਿਆ ਸੁਣੀਐ, ਕਿਆ ਵੇਦ ਪੁਰਾਨਾ ਗੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ।
बड़ी सुंदर एक उदाहरण दिती, कहते अंधियारे दीपक चाहिए, एक वस्त अगोचर लईए। कहते एक आदमी बाहर खड़ा है, दूसरे नूं कमरे विच भेजदा भी जा उस थां ते एक वस्तु पई है, तू चुक के लिया कमरे विच। कमरे विच हनेरा घुप है, बाहर वाला दसदा तू 10 फुट सीधा जा, 5 खब्बे नूं जा, 5 सज्जे नूं जा, इत्थे हथ पाई, उथों तैनूं ये पदार्थ खाण वाला मिल जाएगा। हुण एक बाहरों बोली जांदा, वेखिया उन्हें भी कोई नहीं, उन्हें पढ़िया किताब विचों, किताब पई सी बाहर, ਉਹਦੇ ਵਿੱਚੋਂ पढ़ लिया भी इस मकान ਦੇ अंदर ना एक खाण वाली वस्तु है। दूजे ਨੂੰ समझाउंदा भी अंदर वड़ जा, है घुप हनेरा दिसदा उत्थे कख नहीं। ਉਹਨੂੰ ਉਹ किताब ਦੇ अनुसार दसी ਜਾਂਦਾ भी 10 फुट अगे 5 खब्बे 10 सज्जे जाके वेख। ਹੁਣ ਜਿਹੜਾ ਜਾਂਦਾ ਹੁਣ ਜ਼ਰੂਰੀ ਥੋੜਾ ਵੀ 10 फुट ही जाएगा, ਉਹ 11 भी चला ਜਾਂਦਾ है। जे 1 इंच अगे पिछे हो गया दिसदा तो है कुछ नहीं, बाहरले दसे ਦੇ अनुसार ਜਾਂਦਾ है, दिसदा नहीं ਤੇ ਉਹਦੇ ਫੁੱਟ ਵਿੱਚ ਇੰਚਾਂ ਵਿੱਚ ਫਰਕ ਪੈ ਜਾਂਦਾ, ਉੱਥੋਂ ਵਸਤੂ ਨਹੀਂ ਲੱਭਦੀ। ਦੱਸਣ ਵਾਲੇ ਨੂੰ ਵੀ ਨਹੀਂ ਪਤਾ ਤੇ ਜਿਹੜਾ ਅੰਦਰ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ। ਫਿਰ ਕੀ ਹੁੰਦਾ ਹੈ, ਫਿਰ ਇੱਕ ਤੀਜਾ ਬੰਦਾ ਆਉਂਦਾ ਹੈ, ਉਹ ਕਹਿੰਦਾ ਇਸ ਤਰ੍ਹਾਂ ਤੁਹਾਨੂੰ ਅੰਦਰੋਂ ਵਸਤੂ ਨਹੀਂ ਲੱਭਣੀ। ਇਹਦੇ ਖੱਬੇ ਪਾਸੇ ਨਾ ਦੀਵਾਰ ਨਾਲ ਹੱਥ ਮਾਰ, ਉੱਥੇ ਇੱਕ ਬੋਰਡ ਹੈ, ਉੱਥੇ ਸਵਿਚ ਲੱਗੀ ਹੋਈ ਹੈ ਤੇ ਲਾਈਟ ਇਸ ਕਮਰੇ ਵਿੱਚ, ਸਵਿਚ ਨੂੰ ਹੱਥ ਮਾਰ, ਇੱਧਰ ਉੱਧਰ ਹੱਥ ਫੇਰ। ਉਹ ਜਿਹੜਾ ਅੰਦਰ ਆਦਮੀ ਗਿਆ ਸੀ, ਜਦੋਂ ਉਹਨੇ ਸਵਿਚ ਤੇ ਹੱਥ ਮਾਰਿਆ, ਬਲਬ ਲਾਈਟ ਜਗ ਪਈ। ਜਿਹੜੀ ਵਸਤੂ ਲੱਭਣ ਗਿਆ ਸੀ, ਜਿਹੜੀ ਸੁਣਿਆ ਨਹੀਂ ਸੀ ਲੱਭਦੀ, ਜਿਹੜੀ ਸਮਝਿਆ ਨਹੀਂ ਸੀ ਲੱਭਦੀ, ਜਦੋਂ ਅੰਦਰ ਲਾਈਟ ਜਗ ਗਈ ਤੇ ਚਾਨਣ ਆ ਗਿਆ, ਪੁੱਛਣ ਦੀ ਲੋੜ ਹੀ ਨਹੀਂ, ਸਿੱਧਾ ਡਾਇਰੈਕਟ ਉਹਦੇ ਉੱਤੇ ਚਲਾ ਗਿਆ। ਨਾ ਉੱਥੇ ਫੁੱਟ ਦੀ ਲੋੜ, ਨਾ ਇੰਚ ਦੀ ਲੋੜ, ਕਿਉਂਕਿ ਦਿਸਣ ਲੱਗ ਪਿਆ। ਇਸੇ ਤਰ੍ਹਾਂ ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚ ਭਾਵੇਂ ਆਪਾਂ ਕਿੰਨਾ ਸਮਝੀਏ, ਅੰਦਰੋਂ ਕੁਝ ਨਹੀਂ ਲੱਭਦਾ ਸਾਨੂੰ, ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਦੀਪਕ ਨਹੀਂ ਅੰਦਰ ਜਗਦਾ, ਲਾਈਟ ਨਹੀਂ ਜਗਦੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਤੇ ਦੀਵਾ ਚਾਹੀਦਾ, ਗਿਆਨ ਦੂਜਾ ਨਹੀਂ ਕੰਮ ਦਿੰਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ। ਫਿਰ ਉਸ ਗੁਰੂ ਕੇ ਸ਼ਬਦ ਦੇ ਚਾਨਣ ਵਿੱਚ ਇੱਕ ਅਗੋਚਰ ਵਸਤੂ ਮਿਲ ਜਾਂਦੀ। ਕਹਿੰਦੇ ਵਸਤ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਇਸ ਤਰ੍ਹਾਂ ਉਹ ਦਾਤ ਮਿਲਦੀ ਹੈ। ਤਾਂ ਇੱਥੇ ਸਤਿਗੁਰੂ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦੇ ਨਾ, ਜੈ ਸਰਬ ਕਲਾ ਆਪੇ ਪ੍ਰਵੀਨ। 14 ਪ੍ਰਕਾਰ ਦੀ ਕਲਾ ਦੱਸੀ, 14 ਪ੍ਰਕਾਰ ਦੀ ਵਿਦਿਆ ਦੱਸੀ ਗਈ ਸੰਸਾਰ ਵਿੱਚ। ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਵਸ ਜਾਂਦਾ, ਉਹਦੇ ਵਿੱਚ 14 ਹੀ ਪ੍ਰਕਾਰ ਦੀ ਵਿਦਿਆ ਆ ਜਾਂਦੀ, ਸਾਰੀ ਪ੍ਰਕਾਰ ਦੀ ਭਾਸ਼ਾ। ਤੁਸੀਂ ਕਦੀ ਸੋਚੋ ਕਿ ਗੁਰੂ ਨਾਨਕ ਦੇਵ ਜੀ ਕਿੰਨਾ ਇਲਾਕਿਆਂ ਵਿੱਚ ਗਏ, ਕਿੰਨੀ ਦੂਰ ਗਏ, ਕਿਤੇ ਸ਼੍ਰੀਲੰਕਾ, ਕਿਤੇ ਚਲੇ ਗਏ। ਆਪਾਂ ਥੋੜ੍ਹਾ ਜਿਹਾ ਯੂਪੀ ਚਲੇ ਜਾਈਏ, ਸਾਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ। ਉਹ ਕਿੰਨੇ ਅਸਾਮ ਵਿੱਚ, ਸ਼੍ਰੀਲੰਕਾ ਵਿੱਚ, ਬਗਦਾਦ ਵਿੱਚ ਚਲੇ ਗਏ, ਤਿੱਬਤ ਵਿੱਚ ਚਲੇ ਗਏ, ਕਿਤੇ ਦੂਰ ਚਲੇ ਗਏ, ਜਿਨ੍ਹਾਂ ਦੀ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਸੀ ਬਣਦਾ ਤੇ ਨਾ ਉਹਨਾਂ ਕੋਲ ਕੋਈ ਦੁਭਾਸ਼ੀਆ ਸੀ। ਫਿਰ ਗੁਰੂ ਸਾਹਿਬ ਨੇ ਕਿਹੜੀ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕੀਤੀ, ਉਹ ਕਿਹੜੀ ਭਾਸ਼ਾ ਸੀ? ਦੂਜੇ ਪਾਸੇ ਤੇਰੇ ਕੋਲ ਨਾਮ ਚਾਹੀਦਾ, ਕਿਉਂਕਿ ਉਸ ਨਾਮ ਦੇ ਵਿੱਚੋਂ ਹੀ ਸਾਰੇ ਵੇਦ ਪੈਦਾ ਹੋਏ ਨੇ, ਉਸ ਪਰਮਾਤਮਾ ਦੀ ਸਾਂਝ ਦੇ ਵਿੱਚੋਂ ਸਾਰੇ ਗਿਆਨ ਪੈਦਾ ਹੋਏ ਨੇ। ਇੰਨੇ ਗਿਆਨ, ਇੰਨੀ ਵਿਦਿਆ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਤਾਂ ਜਿਨ੍ਹਾਂ ਲੋਕਾਂ ਦੇ ਵਿੱਚੋਂ ਇੰਨਾ ਗਿਆਨ ਪ੍ਰਗਟ ਹੋਇਆ ਨਾ, ਜਿਹੜੇ ਭਗਤ ਜਨ ਹਨ, ਜਿਨ੍ਹਾਂ ਦੇ ਵਿੱਚੋਂ ਸ਼ੁੱਧਤਮ ਖਾਲਸ ਗਿਆਨ ਪੈਦਾ ਹੋਇਆ, ਉਹਨਾਂ ਨੇ ਪਹਿਲਾਂ ਪੜ੍ਹਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਮੰਨ ਲਿਆ, ਪਹਿਲਾਂ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਗਿਆਨ ਆਪਣੇ ਆਪ ਪੈਦਾ ਹੋਣ ਲੱਗ ਪਿਆ। ਇਹ ਦੋ ਤਰ੍ਹਾਂ ਦਾ ਗਿਆਨ ਹੈ। ਜਿਵੇਂ ਕਿ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਹੈ, ਹੁਣ ਪੜ੍ਹਨ ਦੇ ਵਿਰੋਧ ਵਿੱਚ ਨਹੀਂ, ਕਬੀਰ ਸਾਹਿਬ ਖੁਦ ਵੀ ਪੜ੍ਹੇ ਨੇ, ਵਿਦਿਆ ਉਹਨਾਂ ਨੇ ਵੀ ਲਈ, ਪਰ ਲੋੜ ਮਾਤਰ ਲਈ। ਇੱਕ ਥਾਂ ਤੇ ਉਹਨਾਂ ਨੇ ਪੜ੍ਹਨ ਦੇ ਸੰਬੰਧ ਵਿੱਚ ਬਚਨ ਕੀਤੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਪੜ੍ਹ ਕੇ ਕੀ ਕਰੇਗਾ, ਸੁਣ ਕੇ ਕੀ ਕਰੇਗਾ, ਖਬਰਾਂ ਹੀ ਇਕੱਠੀਆਂ ਕਰਨੀਆਂ ਨੇ। ਖੋਪਰੀ ਪਹਿਲਾਂ ਹੀ ਭਰੀ ਪਈ ਸੀ ਕਈ ਕੁਝ ਨਾਲ, ਉੱਤੋਂ ਹੋਰ ਭਰ ਲਈ।
ਭਾਈ ਸਾਹਿਬ ਭਾਈ ਵੀਰ ਸਿੰਘ ਬੜੇ ਵਿਦਵਾਨ ਹੋਏ ਨੇ। ਉਹਨਾਂ ਨੇ ਇੱਕ ਗੱਲ ਕਹੀ ਬਹੁਤ ਸੁੰਦਰ, ਭਾਵੇਂ ਕਿ ਉਹ ਖੁਦ ਇਲਮ ਰੱਖਦੇ ਸਨ, ਵਿਦਿਆ ਦਾ ਗਿਆਨ ਰੱਖਦੇ ਸਨ, ਪਰ ਕਹਿੰਦੇ ਮੈਂ ਸਾਰੀ ਉਮਰ ਨਾ ਆਪਣੀ ਖੋਪਰੀ ਦੇ ਵਿੱਚ ਗਿਆਨ ਭਰਦਾ ਰਿਹਾ ਤੇ ਗੁਰੂ ਕੋਲ ਗਿਆ, ਉਸਤਾਦ ਕੋਲ ਗਿਆ ਤੇ ਉਹਨੇ ਕਿਹਾ ਵੀ ਵੀਰ ਸਿੰਘਾ ਪਹਿਲਾਂ ਸਿਰ ਨੀਵਾ ਕਰ ਤੇ ਆ ਜਿਹੜਾ ਖੋਪਰੀ ਵਿੱਚ ਕੂੜਾ ਕਰਕਟ ਭੜਿਆ ਇਹਨੂੰ ਡੋਲ ਦੇ, ਸਾਰੇ ਨੂੰ ਖਾਲੀ ਕਰ, ਤੇਰੇ ਸਿਰ ਵਿੱਚ ਮੈਂ ਰੱਬ ਦਾ ਨਾਮ ਪਾਵਾਂ, ਇਹ ਵਿਘਨ ਬਣ ਗਿਆ ਤੇਰੇ ਵਾਸਤੇ, ਇਹਨੂੰ ਕੱਢ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਿ ਕਿਆ ਪੜ੍ਹਿਆ ਕਿਆ ਸੁਣਿਆ, ਕਿਆ ਵੇਦ ਪੁਰਾਨਾ ਗੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਬੜੀ ਸੁੰਦਰ ਇੱਕ ਉਦਾਹਰਨ ਦਿੱਤੀ, ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ। ਕਹਿੰਦੇ ਇੱਕ ਆਦਮੀ ਬਾਹਰ ਖੜਾ ਹੈ, ਦੂਸਰੇ ਨੂੰ ਕਮਰੇ ਵਿੱਚ ਭੇਜਦਾ ਵੀ ਜਾ ਉਸ ਥਾਂ ਤੇ ਇੱਕ ਵਸਤੂ ਪਈ ਹੈ, ਤੂੰ ਚੁੱਕ ਕੇ ਲਿਆ ਕਮਰੇ ਵਿੱਚ। ਕਮਰੇ ਵਿੱਚ ਹਨੇਰਾ ਘੁੱਪ ਹੈ, ਬਾਹਰ ਵਾਲਾ ਦੱਸਦਾ ਤੂੰ 10 ਫੁੱਟ ਸਿੱਧਾ ਜਾ, 5 ਖੱਬੇ ਨੂੰ ਜਾ, 5 ਸੱਜੇ ਨੂੰ ਜਾ, ਇੱਥੇ ਹੱਥ ਪਾਈ, ਉੱਥੋਂ ਤੈਨੂੰ ਇਹ ਪਦਾਰਥ ਖਾਣ ਵਾਲਾ ਮਿਲ ਜਾਏਗਾ। ਹੁਣ ਇੱਕ ਬਾਹਰੋਂ ਬੋਲੀ ਜਾਂਦਾ, ਵੇਖਿਆ ਉਹਨੇ ਵੀ ਕੋਈ ਨਹੀਂ, ਉਹਨੇ ਪੜ੍ਹਿਆ ਕਿਤਾਬ ਵਿੱਚੋਂ, ਕਿਤਾਬ ਪਈ ਸੀ ਬਾਹਰ, ਉਹਦੇ ਵਿੱਚੋਂ ਪੜ੍ਹ ਲਿਆ ਵੀ ਇਸ ਮਕਾਨ ਦੇ ਅੰਦਰ ਨਾ ਇੱਕ ਖਾਣ ਵਾਲੀ ਵਸਤੂ ਹੈ। ਦੂਜੇ ਨੂੰ ਸਮਝਾਉਂਦਾ ਵੀ ਅੰਦਰ ਵੜ ਜਾ, ਹੈ ਘੁੱਪ ਹਨੇਰਾ, ਦਿਸਦਾ ਉੱਥੇ ਕੱਖ ਨਹੀਂ। ਉਹਨੂੰ ਉਹ ਕਿਤਾਬ ਦੇ ਅਨੁਸਾਰ ਦੱਸੀ ਜਾਂਦਾ ਵੀ 10 ਫੁੱਟ ਅੱਗੇ 5 ਖੱਬੇ 10 ਸੱਜੇ ਜਾ ਕੇ ਵੇਖ। ਹੁਣ ਜਿਹੜਾ ਜਾਂਦਾ ਹੁਣ ਜ਼ਰੂਰੀ ਥੋੜ੍ਹਾ ਵੀ 10 ਫੁੱਟ ਹੀ ਜਾਏਗਾ, ਉਹ 11 ਵੀ ਚਲਾ ਜਾਂਦਾ। ਜੇ 1 ਇੰਚ ਅੱਗੇ ਪਿੱਛੇ ਹੋ ਗਿਆ, ਦਿਸਦਾ ਤੇ ਹੈ ਕੁਝ ਨਹੀਂ, ਬਾਹਰਲੇ ਦੱਸੇ ਦੇ ਅਨੁਸਾਰ ਜਾਂਦਾ, ਦਿਸਦਾ ਨਹੀਂ ਤੇ ਉਹਦੇ ਫੁੱਟ ਵਿੱਚ ਇੰਚਾਂ ਵਿੱਚ ਫਰਕ ਪੈ ਜਾਂਦਾ, ਉੱਥੋਂ ਵਸਤੂ ਨਹੀਂ ਲੱਭਦੀ। ਦੱਸਣ ਵਾਲੇ ਨੂੰ ਵੀ ਨਹੀਂ ਪਤਾ ਤੇ ਜਿਹੜਾ ਅੰਦਰ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ। ਫਿਰ ਕੀ ਹੁੰਦਾ ਹੈ, ਫਿਰ ਇੱਕ ਤੀਜਾ ਬੰਦਾ ਆਉਂਦਾ ਹੈ, ਉਹ ਕਹਿੰਦਾ ਇਸ ਤਰ੍ਹਾਂ ਤੁਹਾਨੂੰ ਅੰਦਰੋਂ ਵਸਤੂ ਨਹੀਂ ਲੱਭਣੀ, ਇਹਦੇ ਖੱਬੇ ਪਾਸੇ ਨਾ ਦੀਵਾਰ ਨਾਲ ਹੱਥ ਮਾਰ, ਉੱਥੇ ਇੱਕ ਬੋਰਡ ਹੈ, ਉੱਥੇ ਸਵਿੱਚ ਲੱਗੀ ਹੋਈ ਹੈ ਤੇ ਲਾਈਟ ਇਸ ਕਮਰੇ ਵਿੱਚ, ਸਵਿੱਚ ਨੂੰ ਹੱਥ ਮਾਰ, ਇੱਧਰ ਉੱਧਰ ਹੱਥ ਫੇਰ। ਉਹ ਜਿਹੜਾ ਅੰਦਰ ਆਦਮੀ ਗਿਆ ਸੀ, ਜਦੋਂ ਉਹਨੇ ਸਵਿੱਚ ਤੇ ਹੱਥ ਮਾਰਿਆ, ਬਲਬ ਲਾਈਟ ਜਗ ਪਈ। ਜਿਹੜੀ ਵਸਤੂ ਲੱਭਣ ਗਿਆ ਸੀ, ਜਿਹੜੀ ਸੁਣਿਆ ਨਹੀਂ ਸੀ ਲੱਭਦੀ, ਜਿਹੜੀ ਸਮਝਿਆ ਨਹੀਂ ਸੀ ਲੱਭਦੀ, ਜਦੋਂ ਅੰਦਰ ਲਾਈਟ ਜਗ ਗਈ ਤੇ ਚਾਨਣ ਆ ਗਿਆ, ਪੁੱਛਣ ਦੀ ਲੋੜ ਹੀ ਨਹੀਂ, ਸਿੱਧਾ ਡਾਇਰੈਕਟ ਉਹਦੇ ਉੱਤੇ ਚਲਾ ਗਿਆ। ਨਾ ਉੱਥੇ ਫੁੱਟ ਦੀ ਲੋੜ, ਨਾ ਇੰਚ ਦੀ ਲੋੜ, ਕਿਉਂਕਿ ਦਿਸਣ ਲੱਗ ਪਿਆ। ਇਸੇ ਤਰ੍ਹਾਂ ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚ ਭਾਵੇਂ ਆਪਾਂ ਕਿੰਨਾ ਸਮਝੀਏ, ਅੰਦਰੋਂ ਕੁਝ ਨਹੀਂ ਲੱਭਦਾ ਸਾਨੂੰ, ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਦੀਪਕ ਨਹੀਂ ਅੰਦਰ ਜਗਦਾ, ਲਾਈਟ ਨਹੀਂ ਜਗਦੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਤੇ ਦੀਵਾ ਚਾਹੀਦਾ, ਗਿਆਨ ਦੂਜਾ ਨਹੀਂ ਕੰਮ ਦਿੰਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ। ਫਿਰ ਉਸ ਗੁਰੂ ਕੇ ਸ਼ਬਦ ਦੇ ਚਾਨਣ ਵਿੱਚ ਇੱਕ ਅਗੋਚਰ ਵਸਤੂ ਮਿਲ ਜਾਂਦੀ। ਕਹਿੰਦੇ ਵਸਤ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਇਸ ਤਰ੍ਹਾਂ ਉਹ ਦਾਤ ਮਿਲਦੀ ਹੈ। ਤਾਂ ਇੱਥੇ ਸਤਿਗੁਰੂ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦੇ ਨਾ, ਜੈ ਸਰਬ ਕਲਾ ਆਪੇ ਪ੍ਰਵੀਨ। 14 ਪ੍ਰਕਾਰ ਦੀ ਕਲਾ ਦੱਸੀ, 14 ਪ੍ਰਕਾਰ ਦੀ ਵਿਦਿਆ ਦੱਸੀ ਗਈ ਸੰਸਾਰ ਵਿੱਚ। ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਵਸ ਜਾਂਦਾ, ਉਹਦੇ ਵਿੱਚ 14 ਹੀ ਪ੍ਰਕਾਰ ਦੀ ਵਿਦਿਆ ਆ ਜਾਂਦੀ, ਸਾਰੀ ਪ੍ਰਕਾਰ ਦੀ ਭਾਸ਼ਾ। ਤੁਸੀਂ ਕਦੀ ਸੋਚੋ ਕਿ ਗੁਰੂ ਨਾਨਕ ਦੇਵ ਜੀ ਕਿੰਨਾ ਇਲਾਕਿਆਂ ਵਿੱਚ ਗਏ, ਕਿੰਨੀ ਦੂਰ ਗਏ, ਕਿਤੇ ਸ਼੍ਰੀਲੰਕਾ, ਕਿਤੇ ਚਲੇ ਗਏ। ਆਪਾਂ ਥੋੜ੍ਹਾ ਜਿਹਾ ਯੂਪੀ ਚਲੇ ਜਾਈਏ, ਸਾਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ। ਉਹ ਕਿੰਨੇ ਅਸਾਮ ਵਿੱਚ, ਸ਼੍ਰੀਲੰਕਾ ਵਿੱਚ, ਬਗਦਾਦ ਵਿੱਚ ਚਲੇ ਗਏ, ਤਿੱਬਤ ਵਿੱਚ ਚਲੇ ਗਏ, ਕਿਤੇ ਦੂਰ ਚਲੇ ਗਏ, ਜਿਨ੍ਹਾਂ ਦੀ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਸੀ ਬਣਦਾ ਤੇ ਨਾ ਉਹਨਾਂ ਕੋਲ ਕੋਈ ਦੁਭਾਸ਼ੀਆ ਸੀ। ਫਿਰ ਗੁਰੂ ਸਾਹਿਬ ਨੇ ਕਿਹੜੀ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕੀਤੀ, ਉਹ ਕਿਹੜੀ ਭਾਸ਼ਾ ਸੀ? ਤਾਂ ਸਤਿਗੁਰਾਂ ਨੇ ਉਸ ਭਾਸ਼ਾ ਦੀ ਵਰਤੋਂ ਕੀਤੀ ਜਿਹੜੀ ਮਨੁੱਖ ਦੀ ਸਾਂਝੀ ਭਾਸ਼ਾ ਹੈ। ਉਹਨਾਂ ਦੇ ਸ਼ਬਦਾਂ ਨੂੰ ਜਾਣ ਲਿਆ, ਉਹਨਾਂ ਦੇ ਚਿਹਰੇ ਨੂੰ ਪੜ੍ਹ ਲਿਆ, ਉਸ ਢੰਗ ਨਾਲ ਉਹਨਾਂ ਨਾਲ ਗੱਲ ਕੀਤੀ। ਤਾਂ ਸਾਰੀ ਤਰ੍ਹਾਂ ਦੀ ਕਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਿੱਚ ਸੀ। ਉਹ ਸਾਰੀ ਤਰ੍ਹਾਂ ਦੀ ਵਿਦਿਆ ਜਾਣਦੇ ਸਨ।
जै सर्ब कला आपै परवीन, तह वेद कतेब कहाँ को चीन। उथे कौन पढ़ेगा फिर वेद कतेब, कौन उस पासे तुरेगा। इस करके कहते जब आपन आप आप उर धारै, तो सगन अपसगन कहाँ विचारै। जिस मनुख ਦੇ ਜੀਵਨ ਦੇ ਵਿੱਚ ਉਹ ਆਪ ਆ ਕੇ ਬੈਠ ਗਿਆ, ਅੰਦਰ ਧਾਰਨ ਕਰ ਲਿਆ, ਅੰਦਰ ਟਿਕ ਗਿਆ, ਕਹਿੰਦੇ ਸਗਨ ਤੇ ਅਪਸਗਨ ਉੱਥੇ ਕੀ ਕਰਨਗੇ। ਆ ਸੰਸਾਰ ਦੇ ਵਿੱਚ ਸਗਨ ਨੇ ਨਾ, ਲੋਕ ਦਿਨਾਂ ਦੇ ਵਿਚਾਰ ਕਰਦੇ ਨੇ, ਕਿਹੜੇ ਦਿਨ ਕਿਹੜਾ ਕੰਮ ਕਰਨਾ ਹੈ, ਕਿਹੜੇ ਦਿਨ ਵਿਆਹ ਸ਼ਾਦੀ ਕਰਨੀ ਹੈ, ਕਿਹੜੇ ਦਿਨ ਵਿਦਿਆ ਸ਼ੁਰੂ ਕਰਨੀ ਹੈ, ਕਿਹੜੇ ਦਿਨ ਕਿੱਧਰ ਨੂੰ ਮੂੰਹ ਕਰਕੇ ਪੜ੍ਹਨਾ ਹੈ, ਕਿਹੜੇ ਪਾਸੇ ਮੂੰਹ ਕਰਕੇ ਰੋਟੀ ਖਾਣੀ ਹੈ। ਮਨੁੱਖ ਦੀ ਜ਼ਿੰਦਗੀ ਛੋਟੀ ਜਿਹੀ ਸੀ, ਉਹਨੂੰ ਬੋਝ ਹੀ ਇੰਨਾ ਪਾ ਦਿੱਤਾ ਕਿ ਉਹਨੂੰ ਪਤਾ ਹੀ ਕੋਈ ਨਹੀਂ ਲੱਗਦਾ ਕਰਾਂ ਕੀ। ਇੰਨਾ ਜੰਜਾਲ ਭਰ ਦਿੱਤਾ ਉਹਦੇ ਜੀਵਨ ਵਿੱਚ। ਇੱਧਰ ਨੂੰ ਮੂੰਹ ਕਰਕੇ ਤੂੰ ਰੋਟੀ ਖਾਣੀ ਹੈ, ਦੂਜੇ ਪਾਸੇ ਦੁੱਧ ਪੀਣਾ, ਤੀਜੇ ਪਾਸੇ ਪਾਣੀ ਪੀਣਾ। ਇਹਨਾਂ ਜੰਜਾਲਾਂ ਵਿੱਚ ਫਸਾ ਕੇ ਰੱਖ ਦਿੱਤਾ ਧਾਰਮਿਕ ਰਸਮਾਂ ਦੇ ਵਿੱਚ। ਸਤਿਗੁਰੂ ਨੇ ਕਿਹਾ ਤੂੰ ਇੱਕ ਨਾਲ ਜੁੜੇਗਾ, ਜਦੋਂ ਇੱਕ ਨਾਲ ਸਾਂਝ ਬਣ ਜਾਏਗੀ, ਤੈਨੂੰ ਸਗਨ ਅਪਸਗਨ ਨੂੰ ਵਿਚਾਰਨ ਦੀ ਲੋੜ ਨਹੀਂ ਰਹੇਗੀ। ਤੈਨੂੰ ਫਿਰ ਕਿਤੇ ਜੋਤਸ਼ੀ ਕੋਲ ਨਹੀਂ ਜਾਣਾ ਪਏਗਾ। ਹਾਂ, ਤੇਰੇ ਮਨ ਵਿੱਚ ਗੁਰੂ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇ ਦੁਬਦਾ ਹੈ ਫਿਰ ਇਹ ਗੱਲਾਂ ਵਾਪਰਨਗੀਆਂ। ਮਨ ਦੇ ਵਿੱਚ ਜੇ ਭਾਵਨਾ ਸ਼ੁੱਧ ਹੋਵੇਗੀ, ਗੁਰੂ ਪ੍ਰਤੀ ਪਿਆਰ ਹੋਵੇਗਾ, ਫਿਰ ਇਹਨਾਂ ਸਗਨਾਂ ਅਪਸਗਨਾਂ ਨੂੰ ਜਾਣਨ ਦੀ ਲੋੜ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਥਾਂ ਤੇ ਤਉ ਸਗਨ ਅਪਸਗਨ ਕਹਾਂ ਵਿਚਾਰੈ। ਉਹ ਫਿਰ ਜਿਹੜਾ ਗੁਰਸਿੱਖ ਹੈ ਉਹ ਸਗਨਾਂ ਤੇ ਅਪਸਗਨਾਂ ਦੀ ਵਿਚਾਰ ਨਹੀਂ ਕਰਦਾ। ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਦਾ ਨਾਮ ਵਸ ਜਾਂਦਾ ਹੈ, ਗੁਰੂ ਕੀ ਸਿੱਖਿਆ ਉਹ ਧਾਰਨ ਕਰਨ ਲੱਗ ਪੈਂਦਾ ਹੈ। ਹਜ਼ੂਰ ਕਹਿੰਦੇ ਜਹ ਆਪਨ ਊਚ ਆਪਣੇ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਈਐ ਚੇਰਾ। ਉਸ ਦੁਨੀਆ ਵਿੱਚ ਜਾ ਕੇ ਕਹਿੰਦੇ ਨਾ ਕੋਈ ਠਾਕੁਰ ਨਾ ਕੋਈ ਚੇਲਾ, ਇੱਕੋ ਹੋ ਗਿਆ। ਗੁਰੂ ਤੇ ਚੇਲਾ ਇੱਕੋ ਜਿਹਾ, ਇੱਕੋ ਤਖਤ ਤੇ ਆ ਗਏ। ਦੋਵਾਂ ਵਿੱਚ ਕੋਈ ਫਰਕ ਨਹੀਂ, ਨਾ ਕੋਈ ਠਾਕੁਰ ਰਿਹਾ ਨਾ ਕੋਈ ਚੇਲਾ ਰਿਹਾ, ਕਿਉਂਕਿ ਚੇਲਾ ਠਾਕੁਰ ਦੇ ਵਿੱਚ ਸਮਾ ਗਿਆ, ਉਹਦੇ ਵਰਗਾ ਬਣ ਗਿਆ, ਇੱਕੋ ਜਿਹਾ ਹੋ ਗਿਆ ਦੋਵੇਂ। ਦੋਵਾਂ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕੋ ਹੀ। ਨਾ ਉਹਨਾਂ ਵਿੱਚ ਊਚ ਨਾ ਉਹਨਾਂ ਵਿੱਚ ਕੋਈ ਨੀਚ ਦਾ ਫਰਕ ਰਿਹਾ। ਉਸ ਥਾਂ ਤੇ ਜਾ ਕੇ ਗੁਰੂ ਤੇ ਚੇਲੇ ਦਾ ਜਿਹੜਾ ਸੰਬੰਧ ਹੈ ਉਹ ਵੀ ਖਤਮ ਹੋ ਜਾਂਦਾ ਹੈ। ਦੋਵੇਂ ਇੱਕੋ ਥਾਂ ਤੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਲੋਕਾਂ ਨੂੰ ਪਹਿਚਾਨ ਨਹੀਂ ਆਉਂਦੀ ਵੀ ਇਹ ਕਬੀਰ ਬੈਠਾ ਕਿ ਰੱਬ ਬੈਠਾ। ਉਸ ਥਾਂ ਤੇ ਜਾ ਕੇ ਨਾ ਕੋਈ ਠਾਕੁਰ। ਇਸੇ ਨੂੰ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਤੇ ਚੇਲਾ ਇਕੱਠੇ ਹੋ ਗਏ, ਯਾਤਰਾ ਖਤਮ ਹੋ ਗਈ, ਸਾਰੇ ਕੰਮ ਸੰਪੂਰਨ ਹੋ ਗਏ, ਇੱਕ ਰੂਪ ਹੋ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ। ਇਸ ਨੂੰ ਕਹਿੰਦੇ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਤੇ ਇਸ ਦਸ਼ਾ ਨੂੰ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਸਤਿਗੁਰੂ ਕਿਰਪਾ ਕਰਦੇ ਹੋਏ ਕਹਿੰਦੇ ਹਨ, ਇਸ ਦਸ਼ਾ ਨੂੰ ਵੇਖ ਕੇ ਪ੍ਰਭੂ ਦੇ ਪਿਆਰੇ ਬਿਸਮਾਦ ਹੋ ਜਾਂਦੇ ਨੇ। ਬਿਸਮਾਦ ਦਾ ਅਰਥ ਹੈ ਹੈਰਾਨ ਹੋ ਜਾਣਾ। ਹੈਰਾਨੀ ਭਰੀ ਇੱਕ ਜ਼ਿੰਦਗੀ ਉਹਨਾਂ ਦੇ ਸਾਹਮਣੇ ਆ ਜਾਂਦੀ। ਉਹ ਇੱਕ ਰਸ ਦੇ ਵਿੱਚ ਓਤ-ਪੋਤ ਪਰੋਤੇ ਜਾਂਦੇ ਹਨ। ਵਿਸਮਾਦ ਦਸ਼ਾ ਵਿੱਚ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ, ਤੁਸੀਂ ਇਸ ਆਪਣੀ ਗਤ ਨੂੰ, ਆਪਣੀ ਰਹਿਮਤ ਨੂੰ ਆਪ ਹੀ ਜਾਣਦੇ ਹੋ। ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸਹਿ ਵਿਆਪਤ ਮਾਇਆ। ਧਿਆਨ ਦਿਓ, ਹਰ ਇੱਕ ਬੰਦੇ ਨੂੰ ਇੱਕ ਡਰ ਸਤਾਉਂਦਾ ਰਹਿੰਦਾ ਹੈ, ਖਾਸ ਕਰਕੇ ਧਾਰਮਿਕ ਜਗਤ ਵਿੱਚ, ਕਿ ਮੈਨੂੰ ਕਿਤੇ ਮਾਇਆ ਨਾ ਵਿਆਪ ਜਾਏ, ਮੈਂ ਕਿਤੇ ਧਰਮ ਦੇ ਮਾਰਗ ਤੋਂ ਤਿਲਕ ਨਾ ਜਾਵਾਂ। ਧਰਮੀ ਬੰਦੇ ਨੂੰ ਇਹਦਾ ਬੜਾ ਫਿਕਰ ਰਹਿੰਦਾ। ਮਾਇਆ ਵਿਆਪਣ ਦਾ ਮਤਲਬ ਵੀ ਗੁਰੂ ਦੇ ਉਪਦੇਸ਼ ਤੋਂ ਮੈਂ ਪਾਸੇ ਨਾ ਕਿਤੇ ਚਲਾ ਜਾ।
पर इत्थे सतगुरु ने बाणी विच एक बचन कीता है, भावें कि कबीर साहब कहते कि अज हो सो नाओ समुंदर मैं क्या जानो क्या होए। पता नहीं कदों तुसीं इतिहास विच पढ़िया बड़े बड़े वड्डे लोकां नूं माया व्याप गई, जिहड़े ये मन बैठे सन भी हुण सानूं कोई परवाह नहीं, हुण साडे वर्गी शख्सियत किसी कोल नहीं, भाव साडा इन्ना उच्चा जीवन हो गया कि माया नहीं व्याप सकती। पर इतिहास विच इस तरह के वचन आउंदे उन्हां नूं माया व्याप गई। पर इस थां ते गुरु अर्जन देव जी कहंदे कि जिस थां ते ना अकाल पुरख पूरी तरह किसी के जीवन विच प्रगट हो जाता है, उस थां ते फिर माया नहीं व्याप सकती, कोई साधन ही नहीं माया दे व्यापण। पर उत्थे शब्द कहे ने अछल, जिथे अछल जिन्हों छलिया नहीं जा सकता, जिन्हों धोखा नहीं दिता जा सकता। आ तुसी सुनिया ना गुरु ग्रंथ साहिब विच आया, सारे लोग छले जा सकते हैं, एक रब नहीं छलिया जाता ते एक उहदा सेवक अछल, उन्होंने कोई नहीं धोखा दे सकता। तां को धोखा कहाँ व्यापै जां को ओट तुहारी। एक राजे का जिक्र आया गुरु ग्रंथ साहिब दे विच, ਉਹਦੇ बारे सतगुरु कहते अजै सो रोवै भिखिया खाए, ऐसी दरगह मिलै सजाए। एक अज राजा ਉਹਦਾ जिक्र आउंदा है इतिहास दे विच, ਉਹ किते विचारा एक फकीर सी ते अज राजा जिहड़ा ਉਹਦੇ जीवन का नियम सी दान बड़ा करदा सी, बड़ा वड्डा दानी सी। रोज़ 1-2 घंटा शाम नूं जो कोई आउंदा सी सब वंडदा सी फकीरां नूं गरीबां नूं। एक दिन वो दान वंड रहा सी, सारे फकीर दान लैके चले गए ते एक थोड़ी जी दूरी ते जंगल विच फकीर रहिंदा सी, रब दा प्यारा सी, वो लेट हो गया। जदों वो आया तो साध संगत अज जिहड़ा ना वो अस्तबल विच चला गया, घोड़ियां कोल चला गया। वो बेचारा मंगण वाला फकीर उत्थे चला गया। उन्हें कहा भी राजन मैनू दान दो, मैं थोड़ा जिहा लेट हो गया, दूर सी अज। हुण कई बारी तुसीं वेखना एक जदों शरारत वाला दिमाग हुंदा है ना, उस वेले पता नहीं बंदा किहड़ी गलती कर बैठे। इन्ना धर्मी राजा अज जदों उस फकीर ने दान मंगिया ना, उत्थे घोड़ियां दी लिद पई सी, चुक के कहंदा हुण ते ही लै जा, लिद पकड़ के लै जा। हुण जे तां हुंदा साध संगत अधूरा फकीर फिर ते गुस्से विच आ जांदा ते अज ने बच जाना सी जे बोल पैंदा, अगों टकरा जांदा। पर वो भरिया भांडा सी, संपूर्ण सी, ਉਹਦੇ उत्ते इन्हां शब्दां दा कोई असर नहीं होया। नहीं तो किसी बंदे नूं तुसीं दान विच कोई लिद दिओ, अगला क्रोध विच गालां कढ के जाएगा, 5-7 सराप देगा, लगे भावें कोई ना, क्योंकि लगना कित्थे है जदों क्रोध विच आ गया। जदों उन्हें कहा ना भी हुण घोड़ियां दी लिद लैके चला जा, उन्हें झोली कर लई ते पवाई, नाल एक शब्द कहा, राजन आपका दान फलीभूत हो। जिहड़ा तुसीं दान दिता है ना तुहानूं मिले, बड़े प्यार नाल मिठे शब्दां विच। राजा भी हैरान हो गया भी किवें दा आदमी। चला गया, वो लिद लैके अपनी झोपड़ी दे बाहर सिट दिती, भुखा बैठ गया, रात बंदगी करदा रहा। 1 साल बाद अज राजा शिकार खेडदा खेडदा उत्थों दी लंघिया ना, उन्हें वेख्या भी इहदी झोपड़ी दे अगे लिद दा ढेर लगा, इहदा की कारण है। हैरान होया ते राजा नूं फिक्र भी रहिंदा भी इत्थे घोड़े रखे होणगे, किते बगावत ना कर दे। पता कीता, फकीर अंदरों निकलिया। उन्हें कहा, फकीर साईं तेरे झोपड़ी दे अगे तू घोड़े रखे ने, इन्ना ढेर कित्थों आ गया लिद दा ढेर जिहड़ा? ते उस फकीर ने राजे नूं अज नूं पहचान लिया। कहण लगे तुहाडा ही दान है जिहड़ा तुसीं दिता सी, तुसीं थोड़ा जिहा दिता सी, रोज़ इन्ना वध जांदा है। कहंदे वधी जांदा? कहंदे हाँ ये वधी भी जांदा है, ते मैं तैनूं दसना चाहुंदा तैनूं खाना पैना है, भावें अज खा लै भावें अगले जन्म विच खा लै, ये तेरा ही है, तेरी मर्जी, ये तेरा खुला खाता। रब नूं कोई परवाह नहीं भी अज खाए, वो काला नहीं पैंदा हुंदा। राजे दे पैरां थल्लों जमीन निकल गई। धर्मी ते है ही सी, जानदा सी गल्लां नूं। उन्हें कहा हुण मैनूं बख्शो,
मेरे ते किरपा करो, मेरी जान किवें छुटे इहदे ते रब दे प्यारे दयालु हुंदे ने ते उन्हां कोल तरीका हुंदा है। कहन लगे हुण एक तरीका है राजन, फिर भी तू मैनू दान कीता, मैं तेरे ते तरस करके दसना, जे तू इस लिद तो बचना है तो इक्को तरीका, तेनू अपनी निंदिया कराउणी पैगी। लोग तेरी बड़ी उस्तत करते हैं, दानी बड़ा है, जेड़े जेड़े तेरी निंदिया करनगे उन्हां दे हिस्से में चली जाएगी, वंडी जाएगी, जेड़े लोग निंदिया करनगे। हुण उस राजे ने जेड़ा सारी उम्र धर्मी रहा सी, जिन्हें शराब नूं मूँह नहीं सी लाई, जिन्हें कोई कुकर्म नहीं सी कीता, शहर विच गया, प्रबंध कीता, एक रथ लिया ते बोतल दे विच रंग वाला पानी भर लिया, इंज लगे जिवें शराब है। एक बीबी नाल बिठा लई, उत्थों गोली फड़ के शहर दे विचों दी एक गेड़ा दिता रथ दा। लोग इकट्ठे होके कहंदे राजे नूं की होया, ਇਹਦੇ दिमाग नूं कि धर्मी बड़ा सी। किसी ने कहा वेखो कलयुग दा प्रभाव भ्रष्ट हो गया जी, किसी ने कहा पापी हो गया, शराब पीन लग पे, इस्त्री नाल बिठाई हुई, निंदिया शुरू हो गई, एक तो दूजा, तीसरे तो चौथा। ते तुहानूं पता है बाणी भावें एक दूजे वल्लों पढ़ वेख के ना कोई पढ़े, निंदिया दा जिहड़ा प्रवाह अग वांगू फैल जाता है किसी बंदे नूं। तुसीं कदी वेखोगे भी किसी घर दे विच किसी दा बच्चा जे अमृत छक के आवे ते ओदी व्याख्या पिंड विच शहर विच बड़ी घट होवेगी भी इन्हें अमृत पान कीता है, गुरु का सिख बनया। पर जे किते माड़ा काम करदा है ना, सारे शहर विच कोई आदमी नहीं बचेगा ओदी गल करन, सारे करनगे ओदी व्याख्या। हुण राजे दी सारे देश विच इन्नी निंदिया होई ना, ये तरीका साध संगत जी ख्याल करना। कई वारी ना गुरमुख प्यारे कई फोन करते हैं भी पहला असी धर्मी कोई नहीं सा, सारे लोग चंगा कहते सन, हुण भी वापरदा है। हुण पता नहीं जिदन दा पाठ करन लग्या सारे लोग निंदिया करी जाते। मैं क्या बख्शिश होगी तुहाडे ते, ये रहमत है, इहनूं तुसीं समझो। ये गुरु साहब ने हुण तुहाडे पाप वंड वंडा के हौले करने ने, परवाह ना करो, होण दिओ निंदिया जिन्नी हुंदी है, इहदे नाल कुछ घटेगा वाधा नहीं। तो जिस वेले निंदिया हुई बहुत सारी, बड़ी निंदिया हुई, रज के लोगों ने निंदिया की। ते गुरु ग्रंथ साहब महाराज कहते हैं पर निंदा पर मल मुख शुद्धि। जदों बंदा दूजे की निंदिया करता है तो वही मैल खांदा मनुख, पर निंदा पर मल, दूजे की मैल, मुख शुद्धि, साफ मूँह दे विच दूजे की मैल पै जाती जदों मनुख किसी की निंदिया करदा। तां थोड़े चिर बाद फिर एक महीने बाद उन्होंने फिक्र सी वेख के आवां, जदों गया ना उस लिद दा ढेर सी जिहड़ा उत्थे नहीं, पर जिन्नी को उन्हें दान कीती हुई सी ना, वो साध संगत एक मुठ उत्थे पई हुई है। फकीर आया, बड़े प्यार नाल मिलिया, अज राजे नूं कहंदा भी तेरी सारी लिद वंडी गई, तू बच गया। उन्हें कहा सारी तो खत्म हो गई पर एक मुठ पई हुई है, ये किवें खत्म होएगी? तो फकीर कहंदा भी इहदा कोई इलाज नहीं। मैं बेनती कीती सी, रब दा प्यारा अछल है, अछल दा मतलब उहनूं नहीं छलिया जा सकदा। अज ने सारे देश नूं छल लिया पर फकीर नूं नहीं छल सकिया। उस फकीर ने कहा राजन, ये जिहड़ी ये वो मूल है जिहड़ा तू मैनूं दान कीता सी, कहंदा ये किवें खत्म होएगा? उस फकीर ने कहा यह तां खत्म होएगा जे मैं तेरी निंदिया करां ते, पर मैं तेरी निंदिया नहीं करांगा, मैनूं पता है ये तेरा समान चुक के लै जा, इसनूं खा लै। तां उस वेले कहंदे राजे नूं लिजा के वो खानी पई, तां ये शब्द आए ने अजै सो रोवै भिखिया खाए, नाले हुण खांदा उहनूं नाले रोंदा, ऐसी दरगाह मिलै सजाए। ਤਾਂ ਜੀਵਨ ਦਾ ਸਿਧਾਂਤ ਐਸਾ ਹੈ ਜਿਹਦੇ ਵਿੱਚ ਜੋ ਦਿੱਤਾ ਜਾਏ ਉਹੀ ਮਨੁੱਖ ਨੂੰ ਮਿਲਦਾ ਹੈ, ਵਾਪਸ ਆ ਜਾਂਦਾ। ਇਸ ਕਰਕੇ ਸਿਆਣੇ ਕਹਿੰਦੇ ਤੁਹਾਨੂੰ ਜੋ ਕੁਝ ਚਾਹੀਦਾ ਰੱਬ ਤੋਂ ਮੰਗੋ ਨਾ, ਤੁਸੀਂ ਉਹ ਦਿਓ। ਜੋ ਕੁਝ ਤੁਹਾਨੂੰ ਚਾਹੀਦਾ ਉਸ ਨੂੰ ਵੰਡੋ, ਤੁਹਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਏਗਾ, ਵਾਪਸ ਆ ਜਾਏਗਾ। ਤਾਂ ਇੱਥੇ ਅਛਲ ਦਾ ਮਤਲਬ ਬਈ ਉਹ ਜਿਹੜਾ ਫਕੀਰ ਸੀ ਨਾ, ਛਲਿਆ ਨਹੀਂ ਗਿਆ, ਛਲ ਤੋਂ ਰਹਿਤ ਸੀ, ਉਹਨੂੰ ਛਲ ਨਹੀਂ ਸਕਿਆ ਅੱਜ ਰਾਜਾ, ਉਹਨੇ ਉਸ ਦੀ ਨਿੰਦਿਆ ਨਹੀਂ ਕੀਤੀ।
ਐਸਾ ਅਛਲ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਹ ਅਛਲ ਅਛੇਦ। ਅਛੇਦ ਦਾ ਮਤਲਬ ਹੈ ਜਿਹਦੇ ਵਿੱਚ ਛੇਕ ਨਾ ਕੀਤਾ ਜਾਏ, ਜਿਹਦੇ ਵਿੱਚ ਸੁਰਾਖ ਨਾ ਕੀਤਾ ਜਾਏ। ਆ ਤੁਸੀਂ ਵੇਖਿਆ ਹੋਣਾ, ਕਈ ਮਨੁੱਖ ਬੜੇ ਵਧੀਆ ਹੁੰਦੇ ਨੇ, ਬੜੇ ਧਰਮੀ, ਬੜੇ ਸਿਆਣੇ, ਬੜੇ ਸੁਚੇਤ, ਪਰ ਬੜੇ ਬੜੇ ਲੋਕ ਅਮੀਰ ਜਾਦੇ, ਬੜੇ ਬੜੇ ਰਾਜਨੀਤਿਕ ਜਾ ਕੇ ਉਹਨਾਂ ਨੂੰ ਐਸਾ ਛੇਕ ਕਰਦੇ ਨਾ ਵੀ ਸਾਰਾ ਕੁਝ ਕੱਢ ਕੇ ਲੈ ਜਾਂਦੇ ਨੇ ਕੋਲੋਂ, ਪਤਾ ਬਾਅਦ ਵਿੱਚ ਲੱਗਦਾ। ਹੁਣ ਕਈ ਵਾਰੀ ਤੁਸੀਂ ਵੇਖਣਾ, ਇੱਕ ਜਦੋਂ ਸ਼ਰਾਰਤ ਵਾਲਾ ਦਿਮਾਗ ਹੁੰਦਾ ਹੈ ਨਾ, ਉਸ ਵੇਲੇ ਪਤਾ ਨਹੀਂ ਬੰਦਾ ਕਿਹੜੀ ਗਲਤੀ ਕਰ ਪਵੇ। ਇੰਨਾ ਧਰਮੀ ਰਾਜਾ ਅੱਜ, ਜਦੋਂ ਉਸ ਫਕੀਰ ਨੇ ਦਾਨ ਮੰਗਿਆ ਨਾ, ਉੱਥੇ ਘੋੜਿਆਂ ਦੀ ਲਿੱਦ ਪਈ ਸੀ, ਚੁੱਕ ਕੇ ਕਹਿੰਦਾ ਹੁਣ ਤੇ ਹੀ ਲੈ ਜਾ, ਲਿੱਦ ਪਕੜ ਕੇ ਲੈ ਜਾ। ਹੁਣ ਜੇ ਤਾਂ ਹੁੰਦਾ ਸਾਧ ਸੰਗਤ ਅਧੂਰਾ ਫਕੀਰ, ਫਿਰ ਤੇ ਗੁੱਸੇ ਵਿੱਚ ਆ ਜਾਂਦਾ, ਤੇ ਅੱਜ ਨੇ ਬਚ ਜਾਣਾ ਸੀ ਜੇ ਬੋਲ ਪੈਂਦਾ, ਅੱਗੋਂ ਟਕਰਾ ਜਾਂਦਾ। ਪਰ ਉਹ ਭਰਿਆ ਭਾਂਡਾ ਸੀ, ਸੰਪੂਰਨ ਸੀ, ਉਹਦੇ ਉੱਤੇ ਇਹਨਾਂ ਸ਼ਬਦਾਂ ਦਾ ਕੋਈ ਅਸਰ ਨਹੀਂ ਹੋਇਆ। ਨਹੀਂ ਤੇ ਕਿਸੇ ਬੰਦੇ ਨੂੰ ਤੁਸੀਂ ਦਾਨ ਵਿੱਚ ਕੋਈ ਲਿੱਦ ਦਿਓ, ਅਗਲਾ ਕ੍ਰੋਧ ਵਿੱਚ ਗਾਲਾਂ ਕੱਢ ਕੇ ਜਾਏਗਾ, 5-7 ਸਰਾਪ ਦੇਏਗਾ, ਲੱਗੇ ਭਾਵੇਂ ਕੋਈ ਨਾ, ਕਿਉਂਕਿ ਲੱਗਣਾ ਕਿੱਥੇ ਹੈ ਜਦੋਂ ਕ੍ਰੋਧ ਵਿੱਚ ਆ ਗਿਆ। ਜਦੋਂ ਉਹਨੇ ਕਿਹਾ ਨਾ ਵੀ ਹੁਣ ਘੋੜਿਆਂ ਦੀ ਲਿੱਦ ਲੈ ਕੇ ਚਲਾ ਜਾ, ਉਹਨੇ ਝੋਲੀ ਕਰ ਲਈ ਤੇ ਪਵਾਈ, ਨਾਲ ਇੱਕ ਸ਼ਬਦ ਕਿਹਾ, ਰਾਜਨ ਆਪ ਕਾ ਦਾਨ ਫਲੀਭੂਤ ਹੋ। ਜਿਹੜਾ ਤੁਸੀਂ ਦਾਨ ਦਿੱਤਾ ਹੈ ਨਾ, ਤੁਹਾਨੂੰ ਮਿਲੇ। ਬੜੇ ਪਿਆਰ ਨਾਲ, ਮਿੱਠੇ ਸ਼ਬਦਾਂ ਵਿੱਚ। ਰਾਜਾ ਵੀ ਹੈਰਾਨ ਹੋ ਗਿਆ ਵੀ ਕਿਵੇਂ ਦਾ ਆਦਮੀ। ਚਲਾ ਗਿਆ, ਉਹ ਲਿੱਦ ਲੈ ਕੇ ਆਪਣੀ ਝੋਪੜੀ ਦੇ ਬਾਹਰ ਸਿੱਟ ਦਿੱਤੀ, ਭੁੱਖਾ ਬੈਠ ਗਿਆ, ਰਾਤ ਬੰਦਗੀ ਕਰਦਾ ਰਿਹਾ। 1 ਸਾਲ ਬਾਅਦ ਅੱਜ ਰਾਜਾ ਸ਼ਿਕਾਰ ਖੇਡਦਾ ਖੇਡਦਾ ਉੱਥੋਂ ਦੀ ਲੰਘਿਆ ਨਾ, ਉਹਨੇ ਵੇਖਿਆ ਵੀ ਇਹਦੀ ਝੋਪੜੀ ਦੇ ਅੱਗੇ ਲਿੱਦ ਦਾ ਢੇਰ ਲੱਗਾ, ਇਹਦਾ ਕੀ ਕਾਰਨ ਹੈ। ਹੈਰਾਨ ਹੋਇਆ, ਤੇ ਰਾਜਾ ਨੂੰ ਫਿਕਰ ਵੀ ਰਹਿੰਦਾ ਵੀ ਇੱਥੇ ਘੋੜੇ ਰੱਖੇ ਹੋਣਗੇ, ਕਿਤੇ ਬਗਾਵਤ ਨਾ ਕਰਦਾ। ਪਤਾ ਕੀਤਾ, ਫਕੀਰ ਅੰਦਰੋਂ ਨਿਕਲਿਆ। ਉਹਨੇ ਕਿਹਾ, ਫਕੀਰ ਸਾਈਂ, ਤੇਰੇ ਝੋਪੜੀ ਦੇ ਅੱਗੇ ਤੂੰ ਘੋੜੇ ਰੱਖੇ ਨੇ, ਇੰਨਾ ਢੇਰ ਕਿੱਥੋਂ ਆ ਗਿਆ, ਲਿੱਦ ਦਾ ਢੇਰ ਜਿਹੜਾ। ਤੇ ਉਸ ਫਕੀਰ ਨੇ ਰਾਜੇ ਨੂੰ ਅੱਜ ਨੂੰ ਪਹਿਚਾਨ ਲਿਆ। ਕਹਿਣ ਲੱਗੇ, ਤੁਹਾਡਾ ਹੀ ਦਾਨ ਹੈ ਜਿਹੜਾ ਤੁਸੀਂ ਦਿੱਤਾ ਸੀ, ਤੁਸੀਂ ਥੋੜ੍ਹਾ ਜਿਹਾ ਦਿੱਤਾ ਸੀ, ਰੋਜ਼ ਇੰਨਾ ਵੱਧ ਜਾਂਦਾ ਹੈ। ਕਹਿੰਦੇ ਵਧੀ ਜਾਂਦਾ? ਕਹਿੰਦੇ ਹਾਂ, ਇਹ ਵਧੀ ਵੀ ਜਾਂਦਾ ਹੈ, ਤੇ ਮੈਂ ਤੈਨੂੰ ਦੱਸਣਾ ਚਾਹੁੰਦਾ, ਤੈਨੂੰ ਖਾਣਾ ਪੈਣਾ, ਭਾਵੇਂ ਅੱਜ ਖਾ ਲੈ, ਭਾਵੇਂ ਅਗਲੇ ਜਨਮ ਵਿੱਚ ਖਾ ਲੈ, ਇਹ ਤੇਰਾ ਹੀ ਹੈ, ਤੇਰੀ ਮਰਜ਼ੀ ਹੈ, ਤੇਰਾ ਖੁੱਲ੍ਹਾ ਖਾਤਾ। ਰੱਬ ਨੂੰ ਕੋਈ ਪਰਵਾਹ ਨਹੀਂ ਵੀ ਅੱਜ ਖਾਏ, ਉਹ ਕਾਹਲਾ ਨਹੀਂ ਪੈਂਦਾ ਹੁੰਦਾ। ਰਾਜੇ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਧਰਮੀ ਤੇ ਹੈ ਹੀ ਸੀ, ਜਾਣਦਾ ਸੀ ਗੱਲਾਂ ਨੂੰ। ਉਹਨੇ ਕਿਹਾ, ਹੁਣ ਮੈਨੂੰ ਬਖਸ਼ੋ, ਮੇਰੇ ਤੇ ਕਿਰਪਾ ਕਰੋ, ਮੇਰੀ ਜਾਨ ਕਿਵੇਂ ਛੁੱਟੇ ਇਹਦੇ ਤੋਂ। ਤੇ ਰੱਬ ਦੇ ਪਿਆਰੇ ਦਿਆਲੂ ਹੁੰਦੇ ਨੇ, ਤੇ ਉਹਨਾਂ ਕੋਲ ਤਰੀਕਾ ਹੁੰਦਾ ਹੈ। ਕਹਿਣ ਲੱਗੇ, ਹੁਣ ਇੱਕ ਤਰੀਕਾ ਹੈ ਰਾਜਨ, ਫਿਰ ਵੀ ਤੂੰ ਮੈਨੂੰ ਦਾਨ ਕੀਤਾ, ਮੈਂ ਤੇਰੇ ਤੇ ਤਰਸ ਕਰਕੇ ਦੱਸਣਾ, ਜੇ ਤੂੰ ਇਸ ਲਿੱਦ ਤੋਂ ਬਚਣਾ ਹੈ ਤੇ ਇੱਕੋ ਤਰੀਕਾ, ਤੈਨੂੰ ਆਪਣੀ ਨਿੰਦਿਆ ਕਰਾਉਣੀ ਪਏਗੀ। ਲੋਕ ਤੇਰੀ ਬੜੀ ਉਸਤਤ ਕਰਦੇ ਨੇ, ਦਾਨੀ ਬੜਾ ਹੈ, ਜਿਹੜੇ ਜਿਹੜੇ ਤੇਰੀ ਨਿੰਦਿਆ ਕਰਨਗੇ ਉਹਨਾਂ ਦੇ ਹਿੱਸੇ ਵਿੱਚ ਚਲੀ ਜਾਏਗੀ, ਵੰਡੀ ਜਾਏਗੀ, ਜਿਹੜੇ ਲੋਕ ਨਿੰਦਿਆ ਕਰਨਗੇ। ਹੁਣ ਉਸ ਰਾਜੇ ਨੇ, ਜਿਹੜਾ ਸਾਰੀ ਉਮਰ ਧਰਮੀ ਰਿਹਾ ਸੀ, ਜਿਹਨੇ ਸ਼ਰਾਬ ਨੂੰ ਮੂੰਹ ਨਹੀਂ ਸੀ ਲਾਈ, ਜਿਹਨੇ ਕੋਈ ਕੁਕਰਮ ਨਹੀਂ ਸੀ ਕੀਤਾ, ਸ਼ਹਿਰ ਵਿੱਚ ਗਿਆ, ਪ੍ਰਬੰਧ ਕੀਤਾ, ਇੱਕ ਰੱਥ ਲਿਆ ਤੇ ਬੋਤਲ ਦੇ ਵਿੱਚ ਰੰਗ ਵਾਲਾ ਪਾਣੀ ਭਰ ਲਿਆ, ਇੰਜ ਲੱਗੇ ਜਿਵੇਂ ਸ਼ਰਾਬ ਹੈ। ਇੱਕ ਬੀਬੀ ਨਾਲ ਬਿਠਾ ਲਈ, ਉੱਥੋਂ ਗੋਲੀ ਫੜ ਕੇ ਸ਼ਹਿਰ ਦੇ ਵਿੱਚੋਂ ਦੀ ਇੱਕ ਗੇੜਾ ਦਿੱਤਾ ਰੱਥ ਦਾ। ਲੋਕ ਇਕੱਠੇ ਹੋ ਕੇ ਕਹਿੰਦੇ, ਰਾਜੇ ਨੂੰ ਕੀ ਹੋਇਆ, ਇਹਦੇ ਦਿਮਾਗ ਨੂੰ ਕਿ ਧਰਮੀ ਬੜਾ ਸੀ। ਕਿਸੇ ਨੇ ਕਿਹਾ, ਵੇਖੋ ਕਲਯੁਗ ਦਾ ਪ੍ਰਭਾਵ, ਭ੍ਰਸ਼ਟ ਹੋ ਗਿਆ ਅੱਜ। ਕਿਸੇ ਨੇ ਕਿਹਾ, ਪਾਪੀ ਹੋ ਗਿਆ, ਸ਼ਰਾਬ ਪੀਣ ਲੱਗ ਪਿਆ, ਇਸਤਰੀ ਨਾਲ ਬਿਠਾਈ ਹੋਈ। ਨਿੰਦਿਆ ਸ਼ੁਰੂ ਹੋ ਗਈ, ਇੱਕ ਤੋਂ ਦੂਜਾ, ਤੀਸਰੇ ਤੋਂ ਚੌਥਾ। ਤੇ ਤੁਹਾਨੂੰ ਪਤਾ ਹੈ, ਬਾਣੀ ਭਾਵੇਂ ਇੱਕ ਦੂਜੇ ਵੱਲੋਂ ਪੜ੍ਹ ਵੇਖ ਕੇ ਨਾ ਕੋਈ ਪੜ੍ਹੇ, ਨਿੰਦਿਆ ਦਾ ਜਿਹੜਾ ਪ੍ਰਵਾਹ ਹੈ ਅੱਗ ਵਾਂਗੂ ਫੈਲ ਜਾਂਦਾ ਹੈ ਕਿਸੇ ਬੰਦੇ ਨੂੰ। ਤੁਸੀਂ ਕਦੀ ਵੇਖੋਗੇ ਵੀ ਕਿਸੇ ਘਰ ਦੇ ਵਿੱਚ ਕਿਸੇ ਦਾ ਬੱਚਾ ਜੇ ਅੰਮ੍ਰਿਤ ਛਕ ਕੇ ਆਵੇ ਤੇ ਉਹਦੀ ਵਿਆਖਿਆ ਪਿੰਡ ਵਿੱਚ, ਸ਼ਹਿਰ ਵਿੱਚ ਬੜੀ ਘੱਟ ਹੋਵੇਗੀ ਵੀ ਇਹਨੇ ਅੰਮ੍ਰਿਤ ਪਾਨ ਕੀਤਾ ਹੈ, ਗੁਰੂ ਕਾ ਸਿੱਖ ਬਣਿਆ। ਪਰ ਜੇ ਕਿਤੇ ਮਾੜਾ ਕੰਮ ਕਰਦਾ ਹੈ ਨਾ, ਸਾਰੇ ਸ਼ਹਿਰ ਵਿੱਚ ਕੋਈ ਆਦਮੀ ਨਹੀਂ ਬਚੇਗਾ ਉਹਦੀ ਗੱਲ ਕਰਨ ਨੂੰ, ਸਾਰੇ ਕਰਨਗੇ ਉਹਦੀ ਵਿਆਖਿਆ।
ਹੁਣ ਰਾਜੇ ਦੀ ਸਾਰੇ ਦੇਸ਼ ਵਿੱਚ ਇੰਨੀ ਨਿੰਦਿਆ ਹੋਈ ਨਾ, ਇਹ ਤਰੀਕਾ ਸਾਧ ਸੰਗਤ ਜੀ ਖਿਆਲ ਕਰਨਾ। ਕਈ ਵਾਰੀ ਨਾ ਗੁਰਮੁਖ ਪਿਆਰੇ ਕਈ ਫੋਨ ਕਰਦੇ ਨੇ ਵੀ ਪਹਿਲਾਂ ਅਸੀਂ ਧਰਮੀ ਕੋਈ ਨਹੀਂ ਸਾਂ, ਸਾਰੇ ਲੋਕ ਚੰਗਾ ਕਹਿੰਦੇ ਸਨ, ਹੁਣ ਵੀ ਵਾਪਰਦਾ ਹੈ। ਹੁਣ ਪਤਾ ਨਹੀਂ ਜਿੱਦਣ ਦਾ ਪਾਠ ਕਰਨ ਲੱਗਿਆ ਸਾਰੇ ਲੋਕ ਨਿੰਦਿਆ ਕਰੀ ਜਾਂਦੇ। ਮੈਂ ਕਿਹਾ ਬਖਸ਼ਿਸ਼ ਹੋ ਗਈ ਤੁਹਾਡੇ ਤੇ, ਇਹ ਰਹਿਮਤ ਹੈ, ਇਹਨੂੰ ਤੁਸੀਂ ਸਮਝੋ। ਇਹ ਗੁਰੂ ਸਾਹਿਬ ਨੇ ਹੁਣ ਤੁਹਾਡੇ ਪਾਪ ਵੰਡ ਵੰਡਾ ਕੇ ਹੌਲੇ ਕਰਨੇ ਨੇ, ਪਰਵਾਹ ਨਾ ਕਰੋ, ਹੋਣ ਦਿਓ ਨਿੰਦਿਆ ਜਿੰਨੀ ਹੁੰਦੀ ਹੈ, ਇਹਦੇ ਨਾਲ ਕੁਝ ਘਟੇਗਾ, ਵੱਧਦਾ ਨਹੀਂ। ਤਾਂ ਜਿਸ ਵੇਲੇ ਨਿੰਦਿਆ ਹੋਈ ਬਹੁਤ ਸਾਰੀ, ਬੜੀ ਨਿੰਦਿਆ ਹੋਈ, ਰੱਜ ਕੇ ਲੋਕਾਂ ਨੇ ਨਿੰਦਿਆ ਕੀਤੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪਰ ਨਿੰਦਾ ਪਰ ਮਲ ਮੁਖ ਸੁਧੀ। ਜਦੋਂ ਬੰਦਾ ਦੂਜੇ ਦੀ ਨਿੰਦਿਆ ਕਰਦਾ ਤੇ ਉਹਦੀ ਮੈਲ ਖਾਂਦਾ ਮਨੁੱਖ। ਪਰ ਨਿੰਦਾ ਪਰ ਮਲ, ਦੂਜੇ ਦੀ ਮੈਲ, ਮੁਖ ਸੁਧੀ, ਸਾਫ਼ ਮੂੰਹ ਦੇ ਵਿੱਚ ਦੂਜੇ ਦੀ ਮੈਲ ਪੈ ਜਾਂਦੀ ਜਦੋਂ ਮਨੁੱਖ ਕਿਸੇ ਦੀ ਨਿੰਦਿਆ ਕਰਦਾ। ਤਾਂ ਥੋੜ੍ਹੇ ਚਿਰ ਬਾਅਦ, ਫਿਰ 1 ਮਹੀਨੇ ਬਾਅਦ ਉਹਨਾਂ ਨੂੰ ਫਿਕਰ ਸੀ ਵੇਖ ਕੇ ਆਵਾਂ। ਜਦੋਂ ਗਿਆ ਨਾ, ਉਸ ਲਿੱਦ ਦਾ ਢੇਰ ਸੀ ਜਿਹੜਾ ਉਹ ਉੱਥੇ ਨਹੀਂ, ਪਰ ਜਿੰਨੀ ਕੁ ਉਹਨੇ ਦਾਨ ਕੀਤੀ ਹੋਈ ਸੀ ਨਾ, ਉਹ ਸਾਧ ਸੰਗਤ ਇੱਕ ਮੁੱਠ ਉੱਥੇ ਪਈ ਹੋਈ ਹੈ। ਫਕੀਰ ਆਇਆ, ਬੜੇ ਪਿਆਰ ਨਾਲ ਮਿਲਿਆ। ਅੱਜ ਰਾਜੇ ਨੂੰ ਕਹਿੰਦਾ ਵੀ ਤੇਰੀ ਸਾਰੀ ਲਿੱਦ ਵੰਡੀ ਗਈ, ਤੂੰ ਬਚ ਗਿਆ। ਉਹਨੇ ਕਿਹਾ ਸਾਰੀ ਤੇ ਖਤਮ ਹੋ ਗਈ, ਪਰ ਇੱਕ ਮੁੱਠ ਪਈ ਹੋਈ ਹੈ, ਇਹ ਕਿਵੇਂ ਖਤਮ ਹੋਏਗੀ? ਤੇ ਉਹ ਫਕੀਰ ਕਹਿੰਦਾ ਵੀ ਇਹਦਾ ਕੋਈ ਇਲਾਜ ਨਹੀਂ। ਮੈਂ ਬੇਨਤੀ ਕੀਤੀ ਸੀ, ਰੱਬ ਦਾ ਪਿਆਰਾ ਅਛਲ ਹੈ, ਅਛਲ ਦਾ ਮਤਲਬ ਉਹਨੂੰ ਨਹੀਂ ਛਲਿਆ ਜਾ ਸਕਦਾ। ਅੱਜ ਨੇ ਸਾਰੇ ਦੇਸ਼ ਨੂੰ ਛਲ ਲਿਆ, ਪਰ ਫਕੀਰ ਨੂੰ ਨਹੀਂ ਛਲ ਸਕਿਆ। ਉਸ ਫਕੀਰ ਨੇ ਕਿਹਾ ਰਾਜਨ, ਇਹ ਉਹ ਮੂਲ ਹੈ ਜਿਹੜਾ ਤੂੰ ਮੈਨੂੰ ਦਾਨ ਕੀਤਾ ਸੀ। ਕਹਿੰਦਾ ਇਹ ਕਿਵੇਂ ਖਤਮ ਹੋਏਗਾ? ਉਸ ਫਕੀਰ ਨੇ ਕਿਹਾ ਇਹ ਤਾਂ ਖਤਮ ਹੋਏਗਾ ਜੇ ਮੈਂ ਤੇਰੀ ਨਿੰਦਿਆ ਕਰਾਂ ਤੇ, ਪਰ ਮੈਂ ਤੇਰੀ ਨਿੰਦਿਆ ਨਹੀਂ ਕਰਾਂਗਾ। ਮੈਨੂੰ ਪਤਾ ਹੈ ਇਹ ਤੇਰਾ ਸਮਾਨ ਹੈ, ਚੁੱਕ ਕੇ ਲੈ ਜਾ, ਇਸ ਨੂੰ ਖਾ ਲੈ। ਤਾਂ ਉਸ ਵੇਲੇ ਕਹਿੰਦੇ ਰਾਜੇ ਨੂੰ ਲਿਜਾ ਕੇ ਉਹ ਖਾਣੀ ਪਈ। ਤਾਂ ਇਹ ਸ਼ਬਦ ਆਏ ਨੇ, ਅਜੈ ਸੋ ਰੋਵੈ ਭਿਖਿਆ ਖਾਏ। ਨਾਲੇ ਹੁਣ ਖਾਂਦਾ ਉਹਨੂੰ, ਨਾਲੇ ਰੋਂਦਾ। ਐਸੀ ਦਰਗਾਹ ਮਿਲੈ ਸਜਾਏ। ਤਾਂ ਜੀਵਨ ਦਾ ਸਿਧਾਂਤ ਐਸਾ ਹੈ ਜਿਹਦੇ ਵਿੱਚ ਜੋ ਦਿੱਤਾ ਜਾਏ ਉਹੀ ਮਨੁੱਖ ਨੂੰ ਮਿਲਦਾ ਹੈ, ਵਾਪਸ ਆ ਜਾਂਦੇ। ਇਸ ਕਰਕੇ ਸਿਆਣੇ ਕਹਿੰਦੇ ਤੁਹਾਨੂੰ ਜੋ ਕੁਝ ਚਾਹੀਦਾ ਰੱਬ ਤੋਂ ਮੰਗੋ ਨਾ, ਤੁਸੀਂ ਉਹ ਦਿਓ। ਜੋ ਕੁਝ ਤੁਹਾਨੂੰ ਚਾਹੀਦਾ ਉਸ ਨੂੰ ਵੰਡੋ, ਤੁਹਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਏਗਾ, ਵਾਪਸ ਆ ਜਾਏਗਾ। ਤਾਂ ਇੱਥੇ ਅਛਲ ਦਾ ਮਤਲਬ ਬਈ ਉਹ ਜਿਹੜਾ ਫਕੀਰ ਸੀ ਨਾ, ਛਲਿਆ ਨਹੀਂ ਗਿਆ, ਛਲ ਤੋਂ ਰਹਿਤ ਸੀ, ਉਹਨੂੰ ਛਲ ਨਹੀਂ ਸਕਿਆ ਅੱਜ ਰਾਜਾ। ਉਹਨੇ ਉਸ ਦੀ ਨਿੰਦਿਆ ਨਹੀਂ ਕੀਤੀ। ਐਸਾ ਅਛਲ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਹ ਅਛਲ ਅਛੇਦ। ਅਛੇਦ ਦਾ ਮਤਲਬ ਹੈ ਜਿਹਦੇ ਵਿੱਚ ਸ਼ੇਖ ਨਾ ਕੀਤਾ ਜਾਏ, ਜਿਹਦੇ ਵਿੱਚ ਸੁਰਾਖ ਨਾ ਕੀਤਾ ਜਾਏ। ਆ ਤੁਸੀਂ ਵੇਖਿਆ ਹੋਣਾ, ਕਈ ਮਨੁੱਖ ਬੜੇ ਵਧੀਆ ਹੁੰਦੇ ਨੇ, ਬੜੇ ਧਰਮੀ, ਬੜੇ ਸਿਆਣੇ, ਬੜੇ ਸੁਚੇਤ, ਪਰ ਬੜੇ ਬੜੇ ਲੋਕ ਅਮੀਰ ਜਾਦੇ, ਬੜੇ ਬੜੇ ਰਾਜਨੀਤਿਕ ਜਾ ਕੇ ਉਹਨਾਂ ਨੂੰ ਐਸਾ ਸ਼ੇਕ ਕਰਦੇ ਨਾ ਵੀ ਸਾਰਾ ਕੁਝ ਕੱਢ ਕੇ ਲੈ ਜਾਂਦੇ ਨੇ ਕੋਲੋਂ। ਪਤਾ ਬਾਅਦ ਵਿੱਚ ਲੱਗਦਾ, ਉਹ ਸੁਰਾਖ ਕਰਕੇ ਵੜ ਜਾਂਦੇ ਨੇ ਉਹਦੇ ਵਿੱਚ ਤੇ ਸਭ ਕੁਝ ਨਸ਼ਟ ਕਰ ਦਿੰਦੇ ਨੇ ਉਹਦਾ। ਪਰ ਜਿਹਦੇ ਵਿੱਚ ਗੁਰੂ ਸਾਹਿਬ ਦੀ ਬਰਕਤ ਬਖਸ਼ਿਸ਼ ਹੋ ਜਾਏ, ਰਹਿਮਤ ਹੋ ਜਾਏ, ਗੁਰੂ ਕਿਰਪਾ ਕਰੇ, ਤੇ ਜਿਹੜਾ ਸਿੱਖ ਅਰਦਾਸ ਦੇ ਸਹਾਰੇ ਤੇ ਜਿਉਂਦਾ ਹੈ, ਉਹ ਅਛੇਦ, ਉਹਦੇ ਵਿੱਚ ਛੇਦ ਨਹੀਂ ਕੀਤਾ ਜਾ ਸਕਦਾ। ਜਹ ਅਛਲ ਅਛੇਦ ਅਭੇਦ। ਅਭੇਦ ਦਾ ਮਤਲਬ ਹੈ ਜਿਹਦਾ ਭੇਦ ਨਾ ਲਖਿਆ ਜਾਏ, ਪਤਾ ਨਾ ਲੱਗੇ ਇਹਦੇ ਵਿੱਚ ਕੀ ਹੈ। ਇੱਕ ਅਕਾਲ ਪੁਰਖ ਅਭੇਦ ਹੈ, ਉਹਨੂੰ ਭੇਦਿਆ ਨਹੀਂ ਜਾ ਸਕਦਾ, ਉਹਦਾ ਭੇਤ ਨਹੀਂ ਲਿਆ ਜਾ ਸਕਦਾ। ਤੇ ਇੱਕ ਵਾਹਿਗੁਰੂ ਦੇ ਪਿਆਰੇ ਅਭੇਦ ਨੇ, ਉਹਨਾਂ ਦੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ। ਜਿਹੜਾ ਉਹਨਾਂ ਵਿੱਚ ਬਸ ਇਹ ਸਾਰੇ ਗੁਣ ਵਸ ਜਾਂਦੇ ਨੇ, ਸਮਾਇਆ ਊਹਾਂ ਕਿਸੇ ਵਿਆਪਤ ਮਾਇਆ। ਤੇ ਫਿਰ ਉਸ ਥਾਂ ਤੇ ਮਾਇਆ ਕਿੱਥੇ ਵਿਆਪੇਗੀ? ਹਜ਼ੂਰ ਕਹਿੰਦੇ ਆਪਸ ਕੋ ਆਪਹਿ ਆਦੇਸ਼, ਤੇ ਹੋ ਗੁਣ ਕਾ ਨਾਹੀ ਪਰਵੇਸ਼। ਇੱਕ ਐਸੀ ਦਸ਼ਾ ਜਿਹਦੇ ਵਿੱਚ ਸਾਧ ਸੰਗਤ ਜੀ ਝੁਕਣਾ ਵੀ ਖਤਮ ਹੋ ਜਾਂਦਾ। ਖਿਆਲ ਰੱਖ, ਉਹਨੂੰ ਝੁਕਣ ਦੀ ਲੋੜ ਨਹੀਂ ਹੈ। ਆਦੇਸ਼ ਦਾ ਮਤਲਬ ਵੀ ਮੱਥਾ ਟੇਕਣਾ। ਉਹ ਆਪਣੇ ਅੰਦਰ ਹੀ ਆਪਣੇ ਆਪ ਨੂੰ ਨਮਸਕਾਰ ਕਰੀ ਜਾਂਦਾ, ਉਹਦਾ ਰੱਬ ਆਪਣੇ ਵਿੱਚੋਂ ਪ੍ਰਗਟ ਹੋ ਗਿਆ, ਬਾਹਰ ਕਿੱਥੇ ਝੁਕੇਗਾ?
ਉਹ ਇੱਕ ਅੱਗੇ ਆਦੇਸ਼ ਕਰੀ ਜਾਂਦਾ ਹੈ, ਉਹਦੇ ਵਾਸਤੇ ਦੂਜਾ ਬਚਦਾ ਹੀ ਨਹੀਂ। ਜਿਵੇਂ ਕਿ ਭਗਤ ਜੀ ਜਦੋਂ ਇਸ ਦਸ਼ਾ ਵਿੱਚ ਗਏ, ਭਗਤ ਨਾਮਦੇਵ, ਤੇ ਉਹਨਾਂ ਨੇ ਫਿਰ ਇੱਕ ਪੂਜਾ ਦਾ ਸ਼ਬਦ ਉਚਾਰਿਆ। ਉਹਨਾਂ ਨੇ ਇੱਕ ਬਚਨ ਕੀਤਾ, ਕਹਿੰਦੇ ਏਕੈ ਪਾਥਰ ਕੀਚੈ ਭਾਉ, ਦੂਜੈ ਪਾਥਰ ਧਰਿਐ ਭਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਜਦੋਂ ਕੋਈ ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਨਾ, ਤੇ ਜਿਸ ਪੱਥਰ ਦੇ ਉੱਤੇ ਖੜਾ ਹੁੰਦਾ ਉੱਥੇ ਵੀ ਤੇ ਪੱਥਰ ਹੀ ਹੈ ਨਾ, ਦੋਵੇਂ ਇੱਕ ਹੋ ਗਏ। ਉਸ ਵੇਲੇ ਗੁਰਸਿੱਖ ਆਪਣੇ ਆਪ ਨੂੰ ਆਪ ਹੀ ਨਮਸਕਾਰਦਾ ਹੈ। ਕਹਿੰਦੇ ਆਪਸ ਕੋ ਆਪੇ ਆਦੇਸ਼, ਤਿਹੋ ਗੁਣ ਕਾ, ਤਿੰਨ ਗੁਣਾਂ ਦਾ ਉਹਦੇ ਵਿੱਚ ਪ੍ਰਵੇਸ਼ ਨਹੀਂ, ਭਾਵ ਉਹਦੇ ਤੋਂ ਰਹਿਤ ਹੋ ਜਾਂਦਾ ਹੈ। ਜਹ ਏਕੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਿਸ ਥਾਂ ਤੇ ਇੱਕ ਵਾਹਿਗੁਰੂ ਅਕਾਲ ਪੁਰਖ ਵਸਿਆ ਜਿਸ ਸਰੀਰ ਦੇ ਅੰਦਰ, ਉੱਥੇ ਕਿਸ ਨੂੰ ਚਿੰਤਾ ਲੱਗੇਗੀ ਤੇ ਕੌਣ ਚਿੰਤਾ ਤੋਂ ਰਹਿਤ ਹੋਵੇਗਾ। ਭਾਵ ਨਾ ਉਸ ਨੂੰ ਚਿੰਤਾ ਨਾ ਅਚਿੰਤਤਾਈ, ਦੋਵਾਂ ਤੋਂ ਨਿਆਰਾ ਰਹਿੰਦਾ ਹੈ। ਜਹ ਆਪਨ ਆਪ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਜਿਸ ਮਨੁੱਖ ਦੇ ਹਿਰਦੇ ਵਿੱਚ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਜੀ ਬਸੇ, ਉਹ ਕਹਿੰਦੇ ਉਹਦਾ ਆਪਣਾ ਆਪ ਪਤਿਆਏ ਦਾ ਭਾਵ ਆਪਣਾ ਆਪ ਰੱਜ ਗਿਆ, ਪਤਿਆ ਗਿਆ, ਮਨ ਸੰਤੁਸ਼ਟ ਹੋ ਗਿਆ, ਕੋਈ ਚਿੰਤਾ ਨਹੀਂ ਰਹਿੰਦੀ। ਤਹ ਕੌਣ ਕਥੈ, ਕੌਣ ਉੱਥੇ ਕੁਝ ਕਥੇਗਾ ਬੋਲੇਗਾ, ਕੌਣ ਸੁਣਨੈ ਹਾਰਾ, ਕੌਣ ਉੱਥੇ ਸੁਣੇਗਾ। ਉੱਥੇ ਨਾ ਸੁਣਨ ਵਾਲਾ ਨਾ ਕਹਿਣ ਵਾਲਾ, ਦੋਵਾਂ ਤੋਂ ਪਾਰ ਉਹ ਮਨੁੱਖ ਚਲਾ ਗਿਆ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਉਹ ਆਪਣੇ ਆਪ ਨੂੰ ਆਪ ਹੀ ਪਹੁੰਚਿਆ, ਭਾਵ ਉਸ ਮਨੁੱਖ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਗਿਆ। ਹੁਣ ਨਾ ਉਹਨੂੰ ਕਿਸੇ ਅੱਗੇ ਝੁਕਣ ਦੀ ਲੋੜ ਹੈ, ਨਾ ਕਿਸੇ ਨੂੰ ਜਪਣ ਦੀ ਲੋੜ, ਉਹ ਉਹਦਾ ਰੂਪ ਹੀ ਹੋ ਗਿਆ, ਉਹਦੇ ਵਿੱਚ ਜੋਤ ਪ੍ਰਗਟ ਹੋ ਗਈ, ਆਪਣੇ ਤੱਕ ਆਪ ਪਹੁੰਚ ਗਿਆ। ਹਜ਼ੂਰ ਕਹਿੰਦੇ ਜਹ ਆਪ ਰਚਿਓ ਪਰਪੰਚ ਆਕਾਰ, ਤਿਹੁ ਗੁਣ ਮੈਂ ਕੀਨੋ ਵਿਸਥਾਰ। ਉਸ ਨੇ ਇਹ ਸਾਰਾ ਪਰਪੰਚ ਜਿਹੜਾ ਹੈ ਸੰਸਾਰ ਰੂਪੀ, ਇਹਦੀ ਰਚਨਾ ਆਪ ਹੀ ਕੀਤੀ, ਆਪ ਹੀ ਇਸ ਨੂੰ ਖਿਲਾਰਿਆ ਹੈ। ਔਰ ਤਿੰਨ ਗੁਣਾਂ ਵਿੱਚ, ਤਿੰਨ ਸੁਭਾਵਾਂ ਵਿੱਚ, ਰਜੋ ਤਮੋ ਤੇ ਸਤੋ ਗੁਣਾਂ ਵਿੱਚ ਇਹਦਾ ਵਿਸਤਾਰ ਕਰ ਦਿੱਤਾ ਹੈ। ਕਹਿੰਦੇ ਪਾਪ ਪੁੰਨ ਤਹ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਕਹਿੰਦੇ ਪਾਪ ਪੁੰਨ ਤੇ ਇੱਕ ਕਹਾਵਤ ਹੀ ਰਹਿ ਗਈ ਉਹਦੇ ਵਾਸਤੇ, ਨਾ ਉੱਥੇ ਪਾਪ ਨਾ ਉੱਥੇ ਪੁੰਨ। ਜਿਹਨੂੰ ਸਤਿਗੁਰੂ ਕਹਿੰਦੇ ਨੇ ਚੌਥੇ ਸੁਨ ਕੋ ਜੋ ਨਰ ਜਾਣੈ, ਤਿਸ ਕੋ ਪਾਪ ਨਾ ਪੁੰਨ। ਉੱਥੇ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ, ਨਾ ਉੱਥੇ ਨਰਕ ਨਾ ਸਵਰਗ, ਕੋਈ ਇੱਛਾ ਨਹੀਂ। ਇਹਦੇ ਤੋਂ ਪਾਰ ਇੱਕ ਨਿਊਟਰਲ ਮੁਕਤ ਬਿਲਕੁਲ ਜੀਵਨ, ਜਿਹਦੇ ਵਿੱਚ ਨਾ ਕੋਈ ਦੁੱਖ ਨਾ ਸੁੱਖ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਦੀ ਦਸ਼ਾ ਉਹਦੇ ਜੀਵਨ ਵਿੱਚ ਬਣ ਗਈ। ਨਾ ਉੱਥੇ ਪਾਪ ਨਾ ਪੁੰਨ, ਨਾ ਉਸ ਥਾਂ ਤੇ ਸਵਰਗ ਨਾ ਨਰਕ, ਸਾਰਿਆਂ ਤੋਂ ਪਾਰ ਚਲਾ ਗਿਆ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਮ ਤੌਰ ਤੇ ਸੰਸਾਰ ਫਸਿਆ ਰਹਿੰਦਾ। ਇਹ ਸੰਸਾਰ ਵਿੱਚ ਵਾਪਰਦੀਆਂ ਰਹਿੰਦੀਆਂ ਆਲ ਜੰਜਾਲ। ਆਲ ਦਾ ਅਰਥ ਹੈ ਘਰ। ਆਲ ਸ਼ਬਦ ਬਣਿਆ ਆਲਿਆ ਤੋਂ, ਆਲਿਆ ਦੇ ਅਰਥ ਨੇ ਆਲਣਾ, ਆਲਣੇ ਦਾ ਅਰਥ ਹੈ ਘਰ। ਆਲ ਜਾਲ, ਘਰ ਦੇ ਜੰਜਾਲ ਜਿਹੜੇ ਕਦੀ ਖਤਮ ਨਹੀਂ ਹੁੰਦੇ। ਕਿੰਨੇ ਕਿੰਨੇ ਸਾਲਾਂ ਤੋਂ ਆਪਾਂ ਘਰ ਨੂੰ ਭਰਨ ਵਾਸਤੇ ਯਤਨ ਕਰ ਰਹੇ, ਸਾਰੀ ਉਮਰ ਕਹਿੰਦੇ ਆ ਵੀ ਇਹਦਾ ਕੰਮ ਮੁਕਾ ਦੇਣਾ, ਇਹ ਚੀਜ਼ਾਂ ਦਾ ਪ੍ਰਬੰਧ ਕਰ ਦੇਣਾ, ਬਸ ਲਿਆ ਕੇ ਰੱਖ ਦੇਣਾ, ਪਰਤ ਕੇ ਲੋੜ ਨਹੀਂ ਪੈਣੀ। ਅਗਲੇ ਦਿਨ ਸਾਰਾ ਕੁਝ ਕਰ ਕਰਾ ਕੇ ਮਨੁੱਖ ਆਪਣੇ ਬੈੱਡ ਤੇ ਬੈਠਦਾ ਹੈ ਤੇ ਪਿੱਛੋਂ ਫਿਰ ਆਵਾਜ਼ ਆ ਜਾਂਦੀ ਜੀ ਫਲਾਣੀ ਚੀਜ਼ ਖਤਮ ਹੋ ਗਈ। ਇਹਨੂੰ ਕਹਿੰਦੇ ਆਲ ਜੰਜਾਲ। ਇਹ ਕਦੀ ਖਤਮ ਨਹੀਂ ਹੁੰਦਾ।
ਇਹਦੇ ਵਿੱਚ ਮਨੁੱਖ ਫਸਿਆ ਰਹਿੰਦਾ ਹੈ। ਆਲ ਜੰਜਾਲ ਮਾਇਆ ਜੰਜਾਲ, ਮਾਇਆ ਦੇ ਜੰਜਾਲ ਜਿਹੜੇ ਵਾਪਰੇ ਹੋਏ ਨੇ ਸੰਸਾਰ ਵਿੱਚ, ਹਉਮੈ ਮੋਹ, ਕਿਤੇ ਕਿਸੇ ਨੂੰ ਹੰਕਾਰ ਨੇ ਫੜਿਆ ਹੋਇਆ, ਕੋਈ ਮੋਹ ਵਿੱਚ ਪਿਆ, ਭਰਮ ਭੈ ਭਾਰ, ਤੇ ਕਈ ਭਰਮ ਤੇ ਡਰ ਦੇ ਭਾਰ ਥੱਲੇ ਹਨ। ਦੁੱਖ ਸੁਖ ਮਾਨ ਅਪਮਾਨ, ਕੋਈ ਕਹਿੰਦਾ ਮੈਨੂੰ ਦੁੱਖ ਬੜਾ ਹੈ, ਕੋਈ ਫਿਰ ਸੁਖ ਵਾਸਤੇ ਦੌੜਦਾ ਭੱਜਦਾ, ਸੁਖ ਦੀ ਪ੍ਰਾਪਤੀ ਕਰਦਾ, ਪਹਿਲਾਂ ਸੁਖ ਲੈਂਦਾ ਫਿਰ ਉਹਦੇ ਵਿੱਚੋਂ ਦੁੱਖ ਨਿਕਲ ਆਉਂਦਾ। ਮਨੁੱਖ ਸਾਰੀ ਉਮਰ ਦੌੜਦਾ ਭੱਜਦਾ, ਮੇਰਾ ਮਾਣ ਬਣੇ, ਸਤਿਕਾਰ ਬਣੇ, ਸਮਾਜ ਵਿੱਚ ਲੋਕ ਮੈਨੂੰ ਜਾਣ ਲੈਣ, ਪਰ ਉਹ ਮਾਣ ਸਮੇਂ ਦੇ ਨਾਲ ਕਿਤੇ ਘਟਦਾ, ਫਿਰ ਅਪਮਾਨ ਵਿੱਚ ਬਦਲ ਜਾਂਦਾ। ਭਾਵ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਅਨੇਕ ਪ੍ਰਕਾਰ ਕਿਉ ਬਖਿਆਨ, ਅਨੇਕ ਪ੍ਰਕਾਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਗਤ ਦੇ ਵਿੱਚ ਵਾਹਿਗੁਰੂ ਨੇ ਬਣਾਈਆਂ ਨੇ, ਇਹਨਾਂ ਦਾ ਵਿਖਿਆਨ ਹੈ, ਭਾਵ ਇਹਨਾਂ ਦੀ ਵਿਆਖਿਆ। ਹਜ਼ੂਰ ਕਹਿੰਦੇ ਆਪਨ ਖੇਲ ਆਪ ਕਰ ਦੇਖੈ, ਇਹ ਸਾਰੀ ਖੇਡ ਵਾਹਿਗੁਰੂ ਅਕਾਲ ਪੁਰਖ ਆਪ ਹੀ ਕਰਕੇ ਵੇਖ ਰਿਹਾ ਹੈ। ਆਪ ਇਸ ਖੇਡ ਨੂੰ ਉੱਪਰੋਂ ਵੇਖਦਾ ਹੈ, ਕਿਹੜੇ ਕਿਹੜੇ ਖਿਡਾਰੀ ਕਿਵੇਂ ਖੇਡਦੇ ਨੇ, ਉਹਨਾਂ ਨੂੰ ਕਿਹੜਾ ਕਿਹੜਾ ਰੈਂਕ ਦੇਣਾ, ਕਿਹੜਾ ਕਿਹੜਾ ਨੰਬਰ ਦੇਣਾ, ਉਹਨਾਂ ਨੂੰ ਵੇਖ ਰਿਹਾ ਕਿਹੜਾ ਕਿਵੇਂ ਖੇਡਦਾ। ਪਰ ਜਦੋਂ ਉਹਦਾ ਮਨ ਕਰਦਾ, ਕਹਿੰਦੇ ਖੇਲ ਸੰਕੋਚੈ ਤੋ ਨਾਨਕ ਏਕੈ, ਇਸ ਸਾਰੀ ਲੀਲਾ ਨੂੰ ਜਦੋਂ ਚਾਹੇ ਸੰਕੋਚ ਲੈਂਦਾ ਹੈ, ਇਕੱਠੀ ਕਰ ਲੈਂਦਾ, ਖਤਮ ਕਰ ਲੈਂਦਾ, ਤੇ ਫਿਰ ਆਪ ਇਕੱਲਾ ਰਹਿ ਜਾਂਦਾ ਹੈ। ਇਸ ਤਰ੍ਹਾਂ ਦੀ ਅਜੀਬ ਖੇਲ ਉਸਨੇ ਬਣਾਈ ਹੋਈ ਹੈ। ਇਸ ਕਰਕੇ ਸਾਧ ਸੰਗਤ ਜੀ, ਇਹਦੇ ਵਿੱਚ ਸਮਝਣ ਸਮਝਾਉਣ ਵਾਲਾ ਕੁਝ ਨਹੀਂ ਜੇ, ਇਹ ਹੈ ਖੇਡ ਸਾਰੀ। ਬਸ ਸਮਝਣਾ ਸਮਝਾਉਣਾ ਤਾਂ ਵੀ ਇਹ ਖੇਡ ਦਿਸ ਪਵੇ ਤੇ ਮਨੁੱਖ ਬੇਪਰਵਾਹ ਹੋ ਕੇ ਜੀਵੇ, ਇਸ ਖੇਡ ਨੂੰ ਚੰਗੀ ਤਰ੍ਹਾਂ ਖੇਡੇ। ਹਾਂ, ਖੇਡ ਦਾ ਵੀ ਇੱਕ ਨਿਯਮ ਹੈ। ਜੇ ਕੋਈ ਖਿਡਾਰੀ ਠੀਕ ਨਹੀਂ ਨਾ ਖੇਡਦਾ, ਤੇ ਰੈਫਰੀ ਉਹਨੂੰ ਪਹਿਲਾਂ ਸਭ ਤੋਂ ਇੱਕ ਕਾਰਡ ਦਿਖਾਉਂਦਾ ਹੈ। ਉਹ ਕਾਰਡ ਹੈ ਸਾਧ ਸੰਗਤ ਜੀ ਹਰੇ ਰੰਗ ਦਾ, ਉਹਨੂੰ ਪਹਿਲੀ ਚੇਤਾਵਨੀ ਦਿੰਦਾ ਵੀ ਤੂੰ ਠੀਕ ਨਹੀਂ ਖੇਡ ਰਿਹਾ। ਫਿਰ ਉਹਨੂੰ ਪੀਲਾ ਕਾਰਡ ਦਿਖਾਉਂਦਾ, ਥੋੜ੍ਹੀ ਜਿਹੀ ਵੱਧ ਚੇਤਾਵਨੀ ਵੀ ਤੂੰ ਹੁਣ ਵੀ ਗਲਤੀ ਕੀਤੀ ਦੂਜੀ ਵਾਰੀ, ਭਾਵੇਂ ਖੇਡ ਹੀ ਹੈ ਪਰ ਠੀਕ ਖੇਡ, ਇਸ ਨੂੰ ਤੂੰ ਦੂਜੇ ਖਿਡਾਰੀਆਂ ਨੂੰ ਚੋਟਾਂ ਮਾਰਨਾ। ਤੇ ਜੋ ਫਿਰ ਵੀ ਨਾ ਮੁੜੇ, ਫਿਰ ਤੀਸਰਾ ਰੈੱਡ ਕਾਰਡ ਲਾਲ ਰੰਗ ਦਾ ਦਿਖਾ ਦਿੰਦੇ ਨੇ। ਫਿਰ ਉਹਨੂੰ ਕਹਿੰਦੇ ਜਾ, ਤੈਨੂੰ 5 ਸਾਲ ਵਾਸਤੇ ਬਾਹਰ ਕੱਢਿਆ, ਤੂੰ 5 ਸਾਲ ਖੇਡ ਨਹੀਂ ਸਕਦਾ। ਇਸੇ ਤਰ੍ਹਾਂ ਇਹ ਸੰਸਾਰ ਦੀ ਭਾਵੇਂ ਖੇਡ ਹੀ ਹੈ, ਇਹਦਾ ਮਤਲਬ ਇਹ ਨਹੀਂ ਵੀ ਇਹਦੇ ਵਿੱਚ ਜੋ ਮਰਜ਼ੀ ਕਰੀ ਜਾਓ, ਜਿੱਧਰ ਨੂੰ ਮਰਜ਼ੀ ਹਿੱਟ ਦੇਈ ਜਾਓ, ਨਹੀਂ। ਇਹਦਾ ਵੀ ਇੱਕ ਨਿਯਮ, ਇਹਦਾ ਰੈਫਰੀ ਗੁਰੂ ਹੈ, ਔਰ ਗੁਰੂ ਮਨੁੱਖ ਨੂੰ ਦੱਸਦਾ ਵੀ ਤੂੰ ਕਿੱਥੇ ਗਲਤ ਜਾ ਰਿਹਾ, ਠੀਕ ਖੇਡ। ਇਸ ਖੇਡ ਨੂੰ ਚੰਗੀ ਤਰ੍ਹਾਂ ਸਿੱਖ ਪਹਿਲਾਂ ਗੁਰੂ ਕੋਲੋਂ, ਤੇ ਠੀਕ ਖੇਡਣ ਤੋਂ ਬਾਅਦ ਜੇ ਕੋਈ ਗਲਤੀ ਕਰਦਾ, ਉਹਨੂੰ ਪਹਿਲੀ ਚੇਤਾਵਨੀ, ਫਿਰ ਦੂਜੀ ਚੇਤਾਵਨੀ, ਫਿਰ ਤੀਜੀ ਚੇਤਾਵਨੀ, ਤੇ ਅਖੀਰ ਨੂੰ ਉਹਨੂੰ ਫਿਰ ਸਰੀਰ ਨਹੀਂ ਮਿਲਦਾ, ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਇਸ ਖੇਡ ਵਿੱਚ। ਇਸ ਕਰਕੇ ਕਹਿੰਦੇ ਖੇਲ ਸੰਕੋਚੈ ਤੋ ਨਾਨਕ ਏਕੈ, ਅਖੀਰ ਤੇ ਬਚਨ ਕੀਤੇ ਜਹ ਅਬਗਤ ਭਗਤ ਤਹ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਕਹਿੰਦੇ ਨੇ ਜਿੱਥੇ ਅਵਗਤ ਵਾਹਿਗੁਰੂ ਆਪ ਹੈ, ਭਗਤ ਵਿੱਚ ਪ੍ਰਗਟ ਹੋ ਜਾਂਦਾ ਹੈ। ਪ੍ਰਭੂ ਦੇ ਪ੍ਰਗਟ ਹੋਣ ਦਾ ਹੋਰ ਕੋਈ ਥਾਂ ਨਹੀਂ। ਉਹ ਜਦੋਂ ਵੀ ਪ੍ਰਗਟ ਹੋਇਆ ਆਪਣੇ ਪਿਆਰਿਆਂ ਦੇ ਰਾਹੀਂ, ਆਪਣੇ ਭਗਤਾਂ ਦੇ ਰਾਹੀਂ ਇਸ ਸੰਸਾਰ ਵਿੱਚ ਆਪਣੀ ਹੋਂਦ ਨੂੰ ਪ੍ਰਗਟ ਕਰ ਦਿੰਦਾ, ਔਰ ਕਿਤੇ ਕਿਤੇ ਸੰਤਾਂ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ ਉਹ ਆਪਣੀ ਸ਼ਕਤੀ ਦਾ ਪਸਾਰ ਕਰਦਾ ਹੈ। ਚੌਹਾਂ ਪਾਸੇ ਪਸਾਰਾ ਕਰ ਦਿੰਦਾ ਸ਼ਕਤੀ ਦਾ। ਦੋਹੋਂ ਪਾਖ ਕਾਇਆ ਪੈ ਧਨੀ, ਇਹਨਾਂ ਦੋਵਾਂ ਸਿਰਿਆਂ ਤੇ ਉਹ ਆਪ ਬੈਠਾ ਹੈ, ਸੰਸਾਰ ਵਾਲੇ ਪਾਸੇ ਤੇ ਧਰਮ ਵਾਲੇ ਪਾਸੇ, ਦੋਵਾਂ ਦਾ ਆਪ ਹੀ ਮਾਲਕ ਹੈ। ਕਹਿੰਦੇ ਉਨ ਕੀ ਸ਼ੋਭਾ ਉਨਹੂ ਬਣੀ, ਜਿਹੜੇ ਉਹਦੀ ਇਸ ਖੇਡ ਨੂੰ ਸਮਝ ਲੈਂਦੇ ਨੇ, ਉਹਨਾਂ ਦੀ ਸ਼ੋਭਾ ਬੜੀ ਬੇਅੰਤ ਬਹੁਤ ਵੱਡੀ ਹੈ, ਔਰ ਉਸ ਆਪਣੀ ਸ਼ੋਭਾ ਨੂੰ ਉਹ ਆਪ ਹੀ ਜਾਣਦੇ ਨੇ, ਆਪ ਹੀ ਸਮਝਦੇ ਨੇ। ਹਜ਼ੂਰ ਕਹਿੰਦੇ ਆਪੈ ਕੌਤਕ ਕਰੈ ਆਨੰਦ ਚੋਜ, ਆਪ ਹੀ ਉਹ ਕਈ ਪ੍ਰਕਾਰ ਦੇ ਕੌਤਕ ਇੱਥੇ ਕਰਦਾ ਰਹਿੰਦਾ, ਕਈ ਪ੍ਰਕਾਰ ਦੇ ਚੋਜ ਕਰਦਾ ਰਹਿੰਦਾ, ਆਨੰਦ ਕਰਦਾ ਰਹਿੰਦਾ, ਖੇਡਾਂ ਕਰਦਾ ਰਹਿੰਦਾ। ਆਪਹਿ ਰਸ ਭੋਗਣ ਨਿਰਜੋਗ,
ਇੱਥੇ ਰਸੀਆ ਬਣ ਕੇ ਰਸ ਵੀ ਆਪ ਭੋਗ ਰਿਹਾ ਸਾਰੇ ਸਰੀਰਾਂ ਦੇ ਵਿੱਚ, ਤੇ ਨਿਰਜੋਗ ਸੰਸਾਰ ਤੋਂ ਅਲੱਗਾ, ਸੰਸਾਰ ਤੋਂ ਵੱਖਰਾ ਵੀ ਰਹਿੰਦਾ ਹੈ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਇੱਥੇ ਦੋ ਪ੍ਰਕਾਰ ਦੀਆਂ ਟੀਮਾਂ ਉਹਨੇ ਬਣਾਈਆਂ ਨੇ। ਕਿਸੇ ਕਿਸੇ ਬਿਰਲੇ ਨੂੰ ਚੁਣ ਕੇ ਉਹਨੂੰ ਆਪਣੇ ਨਾਮ ਦੇ ਵਿੱਚ ਜੋੜ ਲੈਂਦਾ ਹੈ, ਨਾਮ ਦੇ ਵਿੱਚ ਟਿਕਾ ਲੈਂਦਾ, ਤੇ ਜਿਸ ਨੂੰ ਭਾਉਂਦਾ ਉਹਨੂੰ ਇਸ ਖੇਡ ਦੇ ਵਿੱਚ ਤੋਰ ਦਿੰਦਾ। ਸੰਸਾਰ ਦੀ ਖੇਡ ਵਿੱਚ ਉਹ ਤੁਰਦਾ ਰਹਿੰਦਾ, ਸੰਸਾਰ ਵਿੱਚ ਵਿਚਰਦਾ ਰਹਿੰਦਾ। ਹਜ਼ੂਰ ਕਹਿੰਦੇ ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਇਸ ਤੁਕ ਦੇ ਵਿੱਚ ਇਹ ਸਾਰੀ ਅਸ਼ਟਪਦੀ ਦਾ ਬੇਸ ਆਧਾਰ ਬਣਿਆ। ਇਹਦੇ ਵਿੱਚ ਹਜ਼ੂਰ ਕਹਿ ਰਹੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਉਹਦੇ ਚਰਨਾਂ ਨਾਲ ਜੁੜ ਗਏ, ਉਹ ਜਿਵੇਂ ਉਸ ਨੂੰ ਬੁਲਾਉਂਦੇ ਹਨ, ਅਕਾਲ ਪੁਰਖ ਜਿਵੇਂ ਬੁਲਾਉਂਦਾ ਹੈ ਉਵੇਂ ਬੋਲਦੇ ਨੇ। ਭਾਵ ਉਹਨਾਂ ਦਾ ਬੋਲਣਾ ਆਪਣਾ ਨਹੀਂ, ਉਹਨਾਂ ਦਾ ਵੇਖਣਾ ਵੀ ਆਪਣਾ ਨਹੀਂ, ਉਹਨਾਂ ਦਾ ਸੁਣਨਾ ਵੀ ਆਪਣਾ ਨਹੀਂ। ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਕਰਤਾ ਪੁਰਖ ਆਪ ਹੀ ਵਿਚਰ ਰਿਹਾ, ਆਪ ਹੀ ਉਹਦੀ ਸੱਤਿਆ। ਵੈਸੇ ਵਿਚਰ ਸਾਰਿਆਂ ਵਿੱਚ ਹੀ ਰਿਹਾ, ਪਰ ਆਮ ਬੰਦਾ ਉਸ ਨੂੰ ਲੱਖਦਾ ਨਹੀਂ, ਮਹਿਸੂਸ ਨਹੀਂ ਕਰਦਾ। ਉਹ ਵੇਖ ਲੈਂਦੇ ਹਨ ਕਿ ਮੇਰੀ ਆਪਣੀ ਕੋਈ ਹੋਂਦ ਨਹੀਂ, ਉਹ ਆਪ ਮੇਰੇ ਵਿੱਚ ਬੋਲ ਰਿਹਾ, ਆਪ ਹੀ ਵਰਤ ਰਿਹਾ ਹੈ, ਆਪ ਇਹ ਸਾਰੀ ਖੇਡ ਨੂੰ ਖੇਡ ਰਿਹਾ। ਉਹ ਬੇਸ਼ੁਮਾਰ ਹੈ, ਉਹਦਾ ਕੋਈ ਅੰਤ ਨਹੀਂ, ਅਥਾ ਉਹਨੂੰ ਕੋਈ ਮਿਣ ਨਹੀਂ ਸਕਦਾ, ਅਗਨਤ ਉਹਦੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ, ਅਤੁੱਲ ਹੈ ਤੇ ਕੋਈ ਵੀ ਉਹਦੀ ਸ਼ਕਤੀ ਨੂੰ ਤੋਲ ਨਹੀਂ ਸਕਦਾ। ਇਹ ਸਾਰੀਆਂ ਬਖਸ਼ਾਂ ਉਸ ਗੁਰਮੁਖ ਦੇ ਜੀਵਨ ਦੇ ਵਿੱਚ ਵਸਦੀਆਂ ਨੇ, ਸਮਝ ਆਉਂਦੀਆਂ ਨੇ। ਹਜ਼ੂਰ ਕਿਰਪਾ ਕਰਨ ਇਹ ਸਾਰੀਆਂ ਦਾਤਾਂ ਸਾਡੇ ਜੀਵਨ ਵਿੱਚ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜੀਵਨ ਕੋਰਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ 9815 78122 ਤੇ ਆਪ ਜੀ ਸੰਪਰਕ ਕਰਕੇ ਕੋਰਸ ਪ੍ਰਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੋਰਸ ਕਰਨ ਦੇ ਜੋ ਤਰੀਕੇ ਹਨ, ਆਪ ਜੀ ਡਾਕ ਰਾਹੀਂ ਕਿਤਾਬਾਂ ਮੰਗਵਾ ਕੇ ਆਪਣੇ ਘਰ ਬੈਠੇ ਇਹ ਕੋਰਸ ਕਰ ਸਕਦੇ ਹੋ, ਜਾਂ ਫਿਰ ਵਿਦੇਸ਼ਾਂ ਵਿੱਚ ਜੋ ਸੰਗਤਾਂ ਹਨ ਜਾਂ ਜੋ ਪੰਜਾਬ ਤੋਂ ਦੂਰ ਹਨ, ਉਹਨਾਂ ਲਈ ਗਿਆਨੀ ਜੀ ਵੱਲੋਂ ਆਪਣੇ ਨਾਮ 'ਤੇ ਜੋ ਵੈਬਸਾਈਟ ਹੈ www.gyanikulwantsingh.com, ਇਸ ਵੈਬਸਾਈਟ ਉੱਪਰ ਤੁਸੀਂ ਔਨਲਾਈਨ ਵੀ ਕੋਰਸ ਕਰ ਸਕਦੇ ਹੋ। ਗੁਰਮੁਖ ਜੀਵਨ ਕੋਰਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਜਾਂ ਕਿਤਾਬਾਂ ਮੰਗਵਾਉਣ ਲਈ 9815 78122 ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।